एह बाणी जो जियों जाने तिस अंतर रवै हर नामा बाणी। गुरु है बाणी विच बाणी अमृत सारे। गुर बाणी कहे सेवक जन मानै। परतख गुरु निस्तारै। बाणी बिरलो विचारसी। जे को गुरमुख होए। एह बाणी महापुरख की निज घर वासा होए। मारू महला पंजवा। अच्युत पार ब्रह्म परमेश्वर अंतर्जामी। मधुसूदन दामोदर स्वामी। ऋषिकेश गोवर्धन तारी। मुरली मनोहर हर रंगा। मोहन माधव कृष्ण मुरारे। जगदीश्वर हर जियो असुर संगारे। जग जीवन अविनाशी ठाकुर। कट कट वासी है संगा। तरणी तर ईश नर सिंह नारायण। दाड़ा अगरे प्रथम तरायन। बावन रूप किया तुद करते। सब ही सेती है चंगा। श्री रामचंद जिस रूप न रेखिया। बनवाली चकर पाण दर्श अनूपया। सहस नेत्र मूरत है सहसा। इक दाता सब है मंगा। भगत वचल अनाथ नाथे। गोपी नाथ सगल है साथे। वासुदेव निरंजन दाते। बरन न साको गुण अंगा। मुकुंद मनोहर लक्ष्मी नारायण। द्रौपदी लज्जा निवार उदाहरण। कमला कंत करें कंतूहल।
आनंद बनोदी नह संगा अमोघ दर्शन आजूनी संभो अकाल मूरत जिस कदे नाही खौम अबनाशी अबगत अगोचर सब किश तुझ ही है लगा श्री रंग बैकुंठ के वासी मछ कछ कूरम आज्ञा अतरासी केशव चलत कर निराले कीता लोड़ सो होएगा निराहारी निर्वैर समाया तार खेल चतर भुज कहाया सांवल सुंदर रूप बनामै बेन सुनत सब मोहगा बनमाला विभूषण कमल नैन सुंदर कुंडल मुकुट बैन शंख चकर गदा है तारी महासारथी सतसंगा पीत पीतंबर त्रैपण तणी जगन्नाथ गोपाल मुख पाणी सारिंग तार भगवान बीठोला मैं गणत न आवे सरबंगा नेह कंटक नेह केवल कहिए तनज जल थल है महीय मृत लोक पया पयाल समीपत अस्थिर थान जिस है अपगा नेह कंटक नेह केवल कहिए तनज जल थल है महीय मृत लोक पयाल समीपत अस्थिर थान जिस है अपगा वाहिगुरु जी का खालसा वाहिगुरु जी की फतेह। इस पावन शब्द दे 21 पदे हैं सरलेख 16 ही है। अज इस दे 12 बंद दास ने आप जी को सरवण करवाए हैं। इन्हां दी विचार
पावन स्वरूप गुरु रूप साध संगत जीओ अदब सहित फतेह प्रवान करना जी। वाहिगुरु जी का खालसा वाहिगुरु जी की फतेह। आप बड़े भाव ते प्यार सहित जुड़ मिल बैठे गुरु पातशाह साहिब जी ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾਇਆ ਹੈ। ਸ਼ਬਦ ਨਾਲ ਚਿੱਤ ਲਾਉਂਦਿਆਂ ਹੀ ਗੁਰੂ ਦੀਆਂ ਬਖਸ਼ਿਸ਼ਾਂ ਦੀ ਸਾਂਝ ਵਰਤਦੀ ਹੈ। ਪਾਤਸ਼ਾਹ ਸਾਹਿਬ ਜੀ ਦੀਆਂ ਜੋ ਬੇਅੰਤ ਵਡਿਆਈਆਂ ਤੇ ਬਖਸ਼ਿਸ਼ਾਂ ਇੱਥੇ ਸਤ ਸੰਗਤ ਵਿੱਚ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਏ ਹੋ। ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ, ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦੇ ਆ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਇਆ ਹੈ। ਇਸ ਵਕਤ ਰਹਿਮਤ ਕਰਕੇ ਆਪਣੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤੇ। ਇਸ ਪਾਵਨ ਸਥਾਨ ਤੇ ਬਾਲਾ ਪ੍ਰੀਤਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੇ ਪਵਿੱਤਰ ਸ਼ੋਭਾ ਹਨ, ਜਿਨ੍ਹਾਂ ਦੇ ਸਦਕੇ ਅੱਜ ਵੀ ਉਹੀ ਰੰਗ ਵਰਤਦੇ ਨੇ। ਦ੍ਰਿਸ਼ਟੀ ਜਿਉਂ-ਜਿਉਂ ਗਹਿਰੀ ਹੋ ਜਾਏ, ਭਾਵ ਜਿਨ੍ਹਾਂ ਦਾ ਗਹਿਰਾ ਹੋ ਜਾਂਦਾ ਹੈ, ਅੱਜ ਵੀ ਉਸੇ ਰੰਗ ਨੂੰ ਮੰਨਦੇ ਨੇ। ਅੱਜ ਵੀ ਇਸ ਬਖਸ਼ਿਸ਼ ਨੂੰ, ਉਸ ਨਾਮ ਔਖਦ ਨੂੰ ਅੱਜ ਵੀ ਪਿਆਰੇ ਤੋਂ ਪ੍ਰਾਪਤ ਕਰਦੇ ਨੇ। ਜਿਸ ਨਾਮ ਔਖਦ ਨੂੰ ਪ੍ਰਾਪਤ ਕਰਨ ਵਾਸਤੇ ਉੱਥੇ ਕਦੇ ਵਹੀਰਾਂ ਘੱਤ ਕੇ ਇਸ ਦਿੱਲੀ ਨਗਰ ਦੇ ਨਿਵਾਸੀ ਆਇਆ ਕਰਦੇ ਸਨ, ਅੱਜ ਵੀ ਉਸੇ ਤਰ੍ਹਾਂ ਵਹੀਰਾਂ ਘੱਤ ਕੇ ਇਸ ਨਾਮ ਔਖਦ ਨੂੰ ਪ੍ਰਾਪਤ ਕਰਨ ਲਈ ਸਤਸੰਗੀ ਪਹੁੰਚਦੇ ਨੇ। ਉਸ ਪਾਵਨ ਸਥਾਨ ਤੇ ਬੈਠ ਕੇ ਸਾਨੂੰ ਗੁਰੂ ਪਾਤਸ਼ਾਹ ਸਾਹਿਬ ਜੀ ਕੀ ਬਾਣੀ ਪੜ੍ਹਨ, ਸੁਣਨ, ਵਿਚਾਰਨ ਦਾ ਸਮਾਂ ਮਿਲੇ। ਅਸੀਂ ਇਸ ਗੱਲੋਂ ਵਡਭਾਗੀ ਹਾਂ, ਸਾਨੂੰ ਸ਼ਬਦ ਸਰੂਪ ਕਰਕੇ ਆਪ ਮਿਲਦੇ ਨੇ, ਸਾਡੇ ਨਾਲ ਸਾਂਝ ਪੈਂਦੀ ਹੈ। ਹੁਣੇ ਹੁਣੇ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸ਼ਰਵਣ ਕਰਾਏ ਨੇ ਜੋ ਅੰਮ੍ਰਿਤਮਈ ਬਚਨ। ਇਸ ਪਾਵਨ ਬਚਨ ਦੇ ਵਿੱਚੋਂ ਆਪਾਂ ਵਿਚਾਰ ਨੂੰ ਪ੍ਰਾਪਤ ਕਰਨਾ ਹੈ। ਵਿਚਾਰ ਕੇਵਲ ਅੱਖਰੀ ਅਰਥ ਨਹੀਂ ਹੁੰਦੇ। ਕਈ ਵਾਰ ਅਸੀਂ ਇੱਕ ਦੂਜੇ ਨੂੰ ਕਹਿ ਦਿੰਦੇ ਕਿ ਲੈ ਭਾਈ ਇਹਦਾ ਵਿਚਾਰ ਸੁਣ। ਵਿਚਾਰ ਕੇਵਲ ਅੱਖਰੀ ਅਰਥ ਨਹੀਂ ਹੈ। ਗੁਰੂ ਦਾ ਵਿਚਾਰ ਅਸਾਂ ਪ੍ਰਾਪਤ ਕਰਨ ਦਾ ਯਤਨ ਕਰਨਾ ਹੈ ਤੇ ਵਿਚਾਰ ਇੱਕ ਹੁੰਦਾ ਹੈ। ਜੇ ਕਿਤੇ ਅਸੀਂ ਉਸ ਨੂੰ ਪਕੜ ਸਕੀਏ, ਉਹ ਰੇਸ਼ਮ ਦੀ ਬਾਰੀਕ ਜਿਹੀ ਇੱਕ ਤਾਰ ਹੁੰਦੀ ਹੈ ਜਿਸ ਦੇ ਸਹਾਰੇ ਨਾਲ ਅਸੀਂ ਪਹਾੜ ਲੰਘ ਸਕਦੇ ਹਾਂ। ਅੱਜ ਦੀ ਜੇ ਗੱਲ ਕਰੀਏ, ਅੱਜ ਦਾ ਵਿਚਾਰ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੇਰੇ ਤੋਂ ਬਿਨਾਂ ਦੂਸਰਾ ਕੋਈ ਨਹੀਂ। ਇਹ ਵਿਚਾਰ ਸੱਚਖੰਡ ਤੋਂ ਪ੍ਰਸਾਰਿਤ ਹੁੰਦਾ ਹੈ, ਉੱਥੋਂ ਸਾਡੇ ਵਾਸਤੇ ਦਿੱਤਾ ਜਾਂਦਾ। ਜਿਵੇਂ ਰੇਡੀਓ ਤੇ ਇੱਕ ਆਵਾਜ਼ ਅੰਦਰ ਬੈਠਾ ਹੋਇਆ ਬੰਦ ਕਮਰੇ 'ਚ ਵਿਅਕਤੀ ਬੋਲਦਾ,
ਬਿਜਲਈ ਤਰੰਗਾਂ ਦੇ ਮੋਢਿਆਂ ਤੇ ਚੜ੍ਹ ਕੇ ਉਹ ਆਵਾਜ਼ ਸਾਡੇ ਕੰਨਾਂ ਤੱਕ ਪਹੁੰਚ ਜਾਂਦੀ ਹੈ। ਇਵੇਂ ਹੀ ਜਿਵੇਂ ਭਾਵਪੂਰਤ ਪਿਆਰੇ ਨੇ, ਉਹ ਧੁਰ ਦੇ ਇਸ ਵਿਚਾਰ ਨੂੰ ਗ੍ਰਹਿਣ ਕਰਦੇ ਨੇ। ਜਿਵੇਂ ਥਾਂ ਪੁਰ ਥਾਂ ਤੇ ਉਹਨਾਂ ਦੇ ਅਲੱਗ-ਅਲੱਗ ਸਟੇਸ਼ਨਸ ਨੇ, ਉਹ ਉਹਨਾਂ ਤੋਂ ਅਗਾਂਹ ਫਿਰ ਉਸ ਨੂੰ ਤੋਰਦੇ ਨੇ, ਔਰ ਹਰ ਸਟੇਸ਼ਨ ਵਾਲਾ ਥੋੜ੍ਹੀ ਥੋੜ੍ਹੀ ਉਹਦੇ ਵਿੱਚ ਗੱਲ ਜੋੜਦਾ ਜਾਂਦਾ ਹੈ, ਆਪਣੇ ਸਮੇਂ ਦੇ ਮੁਤਾਬਕ, ਦੇਸ਼ ਕਾਲ ਦੇ ਮੁਤਾਬਕ ਉਹਦੀ ਨਿੱਕੀ ਨਿੱਕੀ ਅਮੈਂਡਮੈਂਟ ਕਰਦਾ ਜਾਂਦਾ ਹੈ। ਜਦੋਂ ਇਹ ਖਿਆਲ ਉੱਥੋਂ ਮਿਲਦਾ ਹੈ ਤੇ ਇੱਥੇ ਆਏ, ਇੱਥੋਂ ਖਿਆਲ ਪਾਤਸ਼ਾਹ ਜੀ ਦੇ ਦਰਬਾਰ 'ਚ ਮਿਲਿਆ। ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਇਹ ਵਿਚਾਰ ਤੇ ਦੂਸਰੇ ਪੜਾਅ ਤੇ ਅਸੀਂ ਆਏ। ਤੀਸਰੇ ਪੜਾਅ ਤੇ ਵਿਚਾਰ ਤੇ ਅਸੀਂ ਇਸ ਪਾਵਨ ਮੁਕਾਮ ਤੇ ਪਹੁੰਚੇ ਜਿਹੜਾ ਸ਼ਬਦ ਹੁਣ ਸਰਵਣ ਕੀਤਾ ਹੈ। ਸਧਾਰਨਤਾ ਜੇ ਅਸੀਂ ਵਿਚਾਰਾਂਗੇ ਤੇ ਕਵਾਂਗੇ ਲਓ ਜੀ 3 ਸ਼ਬਦ ਅਲੱਗ-ਅਲੱਗ ਨੇ। ਉੱਥੋਂ ਦੇ ਭਾਈ ਸਾਹਿਬ ਨੇ ਪੜ੍ਹ ਕੇ ਸੁਣਾਇਆ ਹੋਣਾ, ਇੱਥੇ ਜਿਨ੍ਹਾਂ ਪ੍ਰਕਾਸ਼ ਕੀਤਾ ਉਹਨਾਂ ਪੜ੍ਹ ਕੇ ਸੁਣਾਇਆ ਹੋਣਾ। ਆ ਹੁਣ ਇਹ ਖੇਜ ਤੇ ਲੜੀ ਵਿੱਚ ਹੈ, ਇਹ ਭਾਈ ਸਾਹਿਬ ਨੇ ਪੜ੍ਹ ਕੇ ਸੁਣਾਇਆ। ਪਰ ਕਿਤੇ ਟਿਕ ਸਕੀਏ, ਇਹਨਾਂ ਸਾਰਿਆਂ ਦੇ ਵਿੱਚ ਸੂਤਰਾਧਾਰ ਕੌਣ ਹੈ? ਸਾਰੇ ਥਾਵਾਂ ਤੇ ਸਾਰੇ ਭਾਈ ਸਾਹਿਬ, ਭਾਵੇਂ ਉਮਰ ਕਰਕੇ ਛੋਟੇ ਨੇ, ਭਾਵੇਂ ਉਮਰ ਕਰਕੇ ਵੱਡੇ ਨੇ, ਕਿਸੇ ਨੂੰ ਅਸੀਂ ਨਾਂ ਥਾਂ ਕਰਕੇ ਜਾਣਦੇ ਹਾਂ, ਕਿਸੇ ਨੂੰ ਅਸੀਂ ਨਹੀਂ ਜਾਣਦੇ, ਪਰ ਇਹਨਾਂ ਦੇ ਵਿੱਚ ਕੌਣ ਵਰਤਦਾ ਹੈ? ਕਿਹਦਾ ਸ਼ਬਦ ਸੁਣਾ ਰਹੇ ਨੇ? ਤੇ ਸਿਆਣੇ ਪਿਆਰੇ ਕਹਿਣਗੇ ਗੁਰੂ ਕਾ ਸ਼ਬਦ ਹੈ ਭਾਈ। ਹੁਣ ਭਾਈ ਸਾਹਿਬ ਆਪ ਤੇ ਨਹੀਂ ਕੁਝ ਸੁਣਾਉਂਦੇ ਨਾ, ਗੁਰੂ ਕਾ ਸ਼ਬਦ ਸੁਣਾਉਂਦੇ ਨੇ। ਜੇ ਗੁਰੂ ਕਾ ਸ਼ਬਦ ਸੁਣਾਉਂਦੇ ਨੇ ਤੇ ਗੁਰੂ ਕਾ ਸ਼ਬਦ ਵਿਚਾਰ ਹੈ ਗੁਰੂ ਕਾ। ਤੇ ਕੀ ਗੁਰੂ 2 ਨੇ? ਨੇ ਗੁਰੂ ਤੇ 1 ਹੈ। ਇਹ ਬਹੁਤ ਬਾਰੀਕ ਹੈ ਕਿ ਗੁਰੂ 1 ਹੈ, ਉਹਦੇ ਸਰੂਪ ਤੇ ਬੇਅੰਤ ਨੇ। ਗੁਰੂ 1 ਹੈ ਤੇ ਫਿਰ ਵਿਚਾਰ ਵੀ 1 ਹੀ ਹੋਏਗਾ ਨਾ। ਐਸਾ ਤੇ ਨਹੀਂ ਹੋ ਸਕਦਾ ਨਾ ਵੀ ਇੱਕ ਗੁਰੂ ਦੇ ਵਿਚਾਰ ਬਦਲ ਜਾਣ। ਤੇ ਜੇ ਇੱਥੇ ਹੋਰ ਤੇ ਉੱਥੇ ਹੋਰ ਹੈ ਤੇ ਫਿਰ ਭਰੋਸੇਯੋਗ ਨਹੀਂ ਹੈ ਨਾ। ਜਿਹੜਾ ਥਾਂ ਥਾਂ ਤੇ ਬਦਲ ਜਾਏ ਉਹ ਭਰੋਸੇਯੋਗ ਨਹੀਂ ਹੁੰਦਾ। ਭਰੋਸੇਯੋਗਤਾ ਉਹਦੀ ਹੁੰਦੀ ਹੈ ਜੋ ਸਦਾ ਇੱਕ ਸਮਾਨ ਰਹੇ, ਜਿਹਦੇ ਉੱਤੇ ਦੇਸ਼ ਅਤੇ ਕਾਲ ਦਾ ਅਸਰ ਨਾ ਪਵੇ। ਟਾਈਮ ਐਂਡ ਸਪੇਸ ਅੱਜ ਕੱਲ੍ਹ ਦੀ ਭਾਸ਼ਾ 'ਚ ਲੋਕ ਕਹਿੰਦੇ ਨੇ। ਜਿਹਦੇ ਉੱਤੇ ਸਮੇਂ ਦਾ ਅਤੇ ਸਥਾਨ ਦਾ ਪ੍ਰਭਾਵ ਨਾ ਪਵੇ, ਉਹ ਸੱਤ ਹੈ। ਉਹ ਹਰ ਚੀਜ਼ ਸੱਤ ਹੈ ਜਿਹਦੇ ਉੱਤੇ ਥਾਂ ਦਾ ਤੇ ਸਮੇਂ ਦਾ ਪ੍ਰਭਾਵ ਨਹੀਂ ਪੈਂਦਾ। ਤੇ ਕਿਉਂਕਿ ਆਪਾਂ ਤੇ ਗੁਰੂ ਦੀ ਗੱਲ ਕਰਦੇ ਹਾਂ ਨਾ, ਗੁਰੂ 1 ਹੈ। ਇੱਕ ਗੁਰੂ ਸਾਨੂੰ ਕੁਝ ਕਹਿਣਾ ਚਾਹ ਰਹੇ ਨੇ। ਅੱਜ ਇੱਕ ਵਿਚਾਰ ਜਿਉਂ-ਜਿਉਂ ਅਸੀਂ ਪੜਾਂਗੇ, ਹੁਣ ਆਪਣੀ ਗੱਲ ਕਰੀਏ, ਸਾਨੂੰ ਵਿਚਾਰ ਕਿਵੇਂ ਮਿਲੇਗਾ? ਗੁਰੂ ਸਾਹਿਬ ਨੇ ਤੇ ਸਾਨੂੰ ਬਖਸ਼ਿਸ਼ ਦੇ ਦਿੱਤੀ, ਗਿਆਨ ਦੇ ਦਿੱਤਾ। ਹੁਣ ਸਾਨੂੰ ਕਿੱਦਾਂ ਮਿਲੇਗਾ? ਸਾਨੂੰ ਮਿਲੇਗਾ ਜਦੋਂ ਅਸੀਂ ਬਾਣੀ ਨੂੰ ਪੜਾਂਗੇ, ਸੁਣਾਂਗੇ, ਸਮਝਾਂਗੇ। ਇਹ 3 ਕੰਮ ਹਰ ਸਿੱਖ ਨੂੰ ਕਰਨੇ ਪੈਣੇ। ਬਾਣੀ ਨੂੰ ਪੜ੍ਹਨਾ ਪੈਣਾ, ਸੁਣਨਾ ਪੈਣਾ ਤੇ ਵਿਚਾਰਨਾ ਪੈਣਾ। ਬਾਣੀ ਨੂੰ ਪੜਾਂਗੇ, ਸੁਣਾਂਗੇ, ਵਿਚਾਰਾਂਗੇ ਤੇ ਇੱਕ ਖਿਆਲ, ਇੱਕ ਵਿਚਾਰ ਆਪਣੇ ਮਨ ਵਿੱਚ ਵੀ ਆਏਗਾ ਨਾ ਕਿ ਮਹਾਰਾਜ ਨੇ ਕਿਹਾ ਕੀ ਹੈ। ਹੋ ਸਕਦਾ ਹੈ ਕੋਈ ਵਿਆਖਿਆਕਾਰ ਜਦੋਂ ਕੋਈ ਗੱਲਬਾਤ ਕਰਦਾ ਹੈ ਤੇ ਉਹਦੇ ਸ਼ਬਦਾਂ ਦਾ ਹੇਰ ਫੇਰ ਹੋਵੇ, ਕਿਉਂਕਿ ਇਹ ਸੁਭਾਵਕ ਹੈ ਔਰ ਸਦਾ ਤੋਂ ਅਟਲ ਨਿਯਮ ਹੈ ਕਿ ਜੋ ਇੱਕੇ ਗੱਲ ਨੂੰ 10 ਵਿਅਕਤੀ ਕਹਿਣਗੇ ਤੇ 10 ਵਿਅਕਤੀਆਂ ਦਾ ਕਹਿਣ ਦਾ ਅੰਦਾਜ਼ ਅਲੱਗ-ਅਲੱਗ ਹੋਵੇਗਾ। 10 ਵਿਅਕਤੀਆਂ ਦੀ ਭਾਸ਼ਾ ਸ਼ੈਲੀ ਅਲੱਗ-ਅਲੱਗ ਹੋਵੇਗੀ ਤੇ ਉਹ ਅਲੱਗ-ਅਲੱਗ ਲੱਗੇਗਾ। ਜਦੋਂ ਅਸੀਂ ਪੜਾਂਗੇ, ਸੁਣਾਂਗੇ ਤੇ ਇੱਕ ਖਿਆਲ ਸਾਡੇ ਅੰਦਰ ਵੀ ਆਏਗਾ ਨਾ ਵੀ ਗੱਲ ਕੀ ਹੈ। ਆਖਰ ਕੋਈ ਗੱਲ ਤੇ ਗੁਰੂ ਪਾਤਸ਼ਾਹ ਕਰਨ, ਉਹ ਜੋ ਸਾਡੇ ਅੰਦਰ ਬਾਣੀ ਨੂੰ ਪੜ੍ਹ ਕੇ ਸੁਣ ਕੇ ਖਿਆਲ ਆਏਗਾ,
ਉਹ ਸਾਨੂੰ ਗੁਰੂ का ਵਿਚਾਰ ਮਿਲੇਗਾ। ਉਹ ਵਿਚਾਰ ਸਾਡੇ ਜੀਵਨ ਨੂੰ ਬਦਲੇਗਾ। ਨਹੀਂ ਤੇ ਆਖਰੀ ਅਰਥਾਂ ਨੂੰ ਪੜ ਪੜ ਕੇ ਨਹੀਂ ਜੇ ਕੋਈ ਬਦਲਦਾ, ਨਾ ਅੱਜ ਤੱਕ ਕੋਈ ਬਦਲੇ ਹੈ। ਆਖਰੀ ਅਰਥਾਂ ਨੂੰ ਤਾਂ ਅਸੀਂ ਜੇਬ 'ਚ ਪਾਈ ਫਿਰਦੇ ਹਾਂ। ਅੱਜ ਹਰ ਇੱਕ ਵਿਅਕਤੀ ਦੀ ਜੇਬ ਦੇ ਵਿੱਚ ਇੱਕ ਛੋਟਾ ਜਿਹਾ ਡਿਵਾਈਸ ਮੋਬਾਈਲ ਹੈ ਨਾ, ਤੇ ਉਹਦੇ ਵਿੱਚ ਹਿੰਦੀ ਵਿੱਚ, ਅੰਗਰੇਜ਼ੀ ਵਿੱਚ, ਪੰਜਾਬੀ ਵਿੱਚ ਅਲੱਗ-ਅਲੱਗ ਟੀਕਾਕਾਰਾਂ ਵੱਲੋਂ ਕੀਤੇ ਹੋਏ ਟੀਕੇ ਗੁਰਬਾਣੀ ਦੇ ਅਰਥ ਸਾਡੀ ਜੇਬ 'ਚ ਪਾਏ ਹੋਏ ਨੇ। ਜਦੋਂ ਕਿਤੇ ਬਹਿਸ ਮੁਬਾਹਸੇ ਵਾਸਤੇ ਲੋੜ ਪੈਂਦੀ ਹੈ, ਅਸੀਂ 4 ਕੁ ਅੰਕ ਦੱਬਦੇ ਹਾਂ, ਗੁਰਬਾਣੀ ਦਾ ਸ਼ਬਦ ਸਕਰੀਨ ਤੇ ਆ ਜਾਂਦਾ ਹੈ। ਕੀ ਅਸੀਂ ਵਿਚਾਰਸ਼ੀਲ ਹੋ ਗਏ ਹਾਂ? ਕੀ ਅਸੀਂ ਗਿਆਨੀ ਹੋ ਗਏ ਹਾਂ? ਨਹੀਂ, ਅਸੀਂ ਕੁਛ ਵੀ ਨਹੀਂ ਹਾਂ। खैर, विचार प्राप्त करिए गुरु का। पातशाह ने अमृत वेले के ये काल पुरख वाहिगुरु तेरे तो बिना कोई नहीं। ये किन के गुरु पातशाह सानू कह रहे हैं कि सिख कवे। गुरु पातशाह नूं ये गल्लां कहण दी लोड़ नहीं है। जिवें अध्यापक पढ़ांदा है 2 दूनी 4, 4 दूनी 8, बच्चे पढ़ते हैं 2 दूनी 4, 4 दूनी 8, बच्चे पढ़ रहे हैं। अध्यापक नूं लोड़ नहीं है, वो पढ़ चुका है, वो गुण चुका है, वो गुणवान हो चुका है, पर फिर भी बोल रहे हैं। इस करके बोल रहे हैं कि उहदे पिछे पिछे बच्चे बोलन। सतगुरु दा शब्द इस करके मिलता है कि सिख बोले, इसनूं सिख समझे, इसनूं सिख विचारे। जदों पातशाह कहंदे कि हे अकाल पुरख वाहिगुरु तेरे तो बिना होर कुछ नहीं, तो फिर असीं कहिए हे सच्चे पातशाह तुहाडे तो बिना कुछ भी नहीं है। आ सारा ब्रह्मंडी पसारा जो कुछ दिस सकता है तो कुछ सानू नहीं दिसता। ब्रह्मंडी पसारे 2 ही पक्ष ने ना, दिसदा ते अणदिसदा। जो देखिया जा सकता है इस अख दे नाल, ते जो इस अख दे नाल नहीं देखिया जा सकता है, सारा ब्रह्मंडी पसारा पातशाह तुहाडा ही है। तुद बिन दूजा ना ही कोई, तू करतार करह सो होए। ते की करिए? तेरा जोर, तेरी मन टेक। क्यों क्यों जोर है? पता क्यों? जगत विच माया वरत रही है, इस करके तेरे जोर की जरूरत है, इस करके तेरी ताकत की जरूरत है। क्योंकि इत्थे मैनू डेगण वास्ते, मैनू विचलित करने वास्ते, मैनू मिटा देने वास्ते कोई ताकत वरत रही है। अज पातशाह ने माया के, भारतीय दर्शन माया किया जाता है। कुछ प्राचीनता के लोग उसनूं शैतानी ताकत कहते हैं। सदा तो संसार 2 ही गल्लां चलदियां रही हैं, सच झूठ रहे, तंदुरुस्ती रही है तो बीमारी रही है। नाम अलग अलग होणगे। तंदुरुस्ती का कोई नाम नहीं गा, बीमारियां दे बड़े नाम ने। आपां जानते हैं ना, बीमारियां दे बहुत नाम ने, और समय दे नाल नाल नवी नवी बीमारियां प्रगट हो रही ने। पर की अज तक किसी ने कहा कि समय दे नाल तंदुरुस्ती प्रगट हो रही है? तंदुरुस्ती सदा तो इको ही रही है, उसकी परिभाषा भी इको ही रही है, वो नहीं कदे बदली। पर समय दे नाल बीमारियां बदलियां ने। इसे तरह रूहानी मंडल दे विच जो सारा व्यापकता नाल भरिया होया है, तंदुरुस्ती सत स्वरूप हुंदी है। वो सत स्वरूप कदे नहीं बदलदा। उहदे आले दुआले दा जो माहौल है उही नवा 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 नित हुंदा रहिंदा है। जो नित नवा हो रहा है तो तू ही, तेरा स्वरूप भी है, पर वो नुकसानदायक भी हुंदा है। मजे की गल यह कि फल भी उहदे चों मिलदा है। तो फिर असीं की करिए? संसार च व्यापकता जो है, जिहदे सदके संसार ग्रोथ भी करता है, तो जिहदे सदके संसार विनाश भी करता है तो विकास भी करता है, वो है माया। जो कदे विकास करती है तो कदे विनाश करती है, उसे दा नाम है माया। जिस वस्तु दे नाल, जिस चीज़ दे नाल, जिस स्वरूप दे नाल जुड़ के साडी सोच मत बुद्ध अटक जाए तो इतों बदलिए ना, जद कि बदलाव निरंतर हो रहा होवे, वो साडे लिए माया हो जाती है।
ਅਸੀਂ ਅਕਰੀ ਅਰਥਾਂ 'ਚ ਕਦੇ ਕਦੇ ਰੁਪਈਆਂ ਪੈਸਿਆਂ ਨੂੰ, ਧਨ ਦੌਲਤ ਨੂੰ ਮਾਇਆ ਕਹਿ ਕੇ ਪਰਾਂ ਹਟ ਜਾਂਦੇ ਹਾਂ। ਪਰ ਜਦੋਂ ਪਾਤਸ਼ਾਹ ਸਾਹਿਬ ਜੀ ਸਾਡੇ ਨਾਲ ਬਖਸ਼ਿਸ਼ਾਂ ਦੇ ਕੇ ਗੱਲਾਂ ਕਰਦੇ ਤੇ ਕਹਿੰਦੇ ਨਹੀਂ, ਮਾਇਆ ਕੇਵਲ ਧਨ ਨਹੀਂ ਹੁੰਦੀ। ਸੰਸਕ੍ਰਿਤੀ ਦੇ ਪਾਵਨ ਬਚਨਾਂ 'ਚ ਇੱਕ ਬੜਾ ਪਿਆਰਾ ਬਚਨ ਹੈ, ਸੰਸਾਰ ਦੇ ਕਿਸੇ ਵਿਅਕਤੀ ਲਈ ਰੁਪਈਏ ਮਾਇਆ ਹੋ ਸਕਦੀ ਹੈ, ਕਿਸੇ ਲਈ ਧੀ ਪੁੱਤਰ ਮਾਇਆ ਹੋ ਸਕਦੀ ਹੈ, ਕਿਸੇ ਲਈ ਆ ਮਕਾਨ, ਜ਼ਮੀਨ, ਜਾਇਦਾਦ, ਰੁਤਬਾ ਮਾਇਆ ਹੋ ਸਕਦੀ ਹੈ। ਪਰ ਅਧਿਆਤਮਕ ਲੋਕਾਂ ਲਈ ਮਾਇਆ ਕਿਹੜੀ ਹੁੰਦੀ? ਜਿੱਥੇ ਆਪਾਂ ਬੈਠੇ ਆ, ਕਿਉਂਕਿ ਆਪਾਂ ਇੱਥੇ ਜ਼ਿਆਦਾਤਰ ਅਧਿਆਤਮਕਵਾਦ ਦੀ ਗੱਲ ਕਰਦੇ ਹਾਂ। ਇਹਨਾਂ ਲੋਕਾਂ ਲਈ ਮਾਇਆ ਕਿਹੜੀ ਹੁੰਦੀ ਹੈ? ਇਹ ਅਧਿਆਤਮਕਵਾਦੀ ਧਨ ਦੀ ਗੱਲ ਬਹੁਤੀ ਨਹੀਂ ਕਰਦੇ ਹੁੰਦੇ, ਬਹੁਤੀ ਗੱਲ ਧਰਮ ਦੀ ਕਰਦੇ ਨੇ, ਲੋਭ ਲਾਲਚ ਤਿਆਗਣ ਦੀ ਗੱਲ ਕਰਦੇ ਨੇ, ਪਰ ਬਾਵਜੂਦ ਇਸ ਦੇ ਇੱਕ ਦੂਜੇ ਦੇ ਵਿਰੋਧੀ ਹੁੰਦੇ ਨੇ। ਬਾਵਜੂਦ ਇਸ ਦੇ ਗੱਲ ਧਰਮ ਦੀ ਕਰਦੇ ਨੇ, ਗੱਲ ਸੱਚ ਬੋਲਣ ਦੀ ਕਰਦੇ ਨੇ, ਗੱਲ ਲੋਕਾਂ ਦੇ ਭਲੇ ਦੀ ਕਰਦੇ ਨੇ, ਪਰ ਬਾਵਜੂਦ ਵਿਰੋਧੀ ਨੇ। ਪਤਾ ਕਿਉਂ? ਇਹਨਾਂ ਦੇ ਉੱਤੇ ਮਾਇਆ ਦਾ ਸਭ ਤੋਂ ਉਤਲੇ ਸਰੂਪ ਦਾ ਪ੍ਰਭਾਵ ਹੁੰਦਾ ਹੈ। ਜਿਵੇਂ ਅਸੀਂ ਚੜ੍ਹਦੇ ਚੜ੍ਹਦੇ ਪੌੜੀਆਂ 10ਵੀਂ ਮੰਜ਼ਿਲ ਤੇ ਜਾਣਾ ਤੇ 9ਵੀਂ ਮੰਜ਼ਿਲ ਤੇ ਖੜੇ ਹੋਵਾਂਗੇ ਤੇ ਹਵਾ ਵੀ ਉਨੇ ਵੇਗ ਵਿੱਚ ਵੱਧ ਜਾਏਗੀ ਨਾ, ਉਹਦਾ ਰੂਪ ਉਨਾ ਹੀ ਤਿੱਖਾ ਹੋ ਜਾਏਗਾ ਨਾ, ਉਨੀ ਠੰਡਕ ਵੱਧ ਜਾਏਗੀ ਨਾ। ਇਸੇ ਕਰਕੇ ਮਾਇਆ ਚਿੱਤ ਪ੍ਰਮੇਣ, ਮਾਇਆ ਚਿੱਤ ਨੂੰ ਭ੍ਰਮਤ ਕਰਦੀ ਹੈ। ਤੇ ਮਹਾਰਾਜ ਕਿਸ ਰੂਪ ਦੇ ਵਿੱਚ ਭ੍ਰਮਤ ਕਰਦੀ ਹੈ? ਜਿਹਨੂੰ ਕਹਿੰਦੇ ਨੇ ਮਨਮੁਖ ਖਾਧੇ ਜਾਂਦੇ ਨੇ। ਕਿਸ ਰੂਪ ਦੇ ਵਿੱਚ ਮਨਮੁਖ ਖਾਧੇ ਜਾਂਦੇ ਨੇ? ਕਿਵੇਂ ਆ ਕੇ ਨਿਗਲ ਜਾਂਦੀ ਹੈ? ਤੇ ਕਹਿੰਦੇ ਮਾਇਆ ਚਿੱਤ ਪ੍ਰਮੇਨ ਈਸ਼ਟ ਮਿਤਰੇਖ ਬਾਂਧਵੈ। ਹੇਠਾਂ ਤੋਂ ਉੱਪਰੋਂ ਜਾਵਾਂਗੇ ਤੇ ਧਨ ਦੌਲਤ ਹੈ, ਤੇ ਪਹਿਲੇ ਪ੍ਰਾਇਮਰੀ ਸੈਕਸ਼ਨ ਦੀਆਂ ਗੱਲਾਂ, ਵੀ ਰੁਪਈਆਂ ਕਰਕੇ ਲੋਕ ਲੜ ਪਏ, ਜ਼ਮੀਨਾਂ ਕਰਕੇ ਲੋਕ ਲੜ ਪਏ। ਇਹ ਤੇ ਪ੍ਰਾਇਮਰੀ ਸੈਕਸ਼ਨ 'ਚ ਹੇਠਾਂ ਰੁਲਦੇ ਫਿਰਦੇ ਸਾਡੇ ਤੁਹਾਡੇ ਵਰਗੇ ਲੋਕ ਲੜਦੇ ਫਿਰਦੇ ਨੇ। ਉੱਤਰ ਲੋਕ ਰਾਜਨੀਤੀ ਕਰਕੇ ਲੜਦੇ ਫਿਰਦੇ ਨੇ। ਇੱਕ ਲੈਵਲ ਦੇ ਉਹ ਲੋਕ ਨੇ ਜੋ ਧਰਮ ਕਰਕੇ ਲੜਦੇ ਫਿਰਦੇ ਨੇ। ਮਾਇਆ ਚਿੱਤ ਪ੍ਰਮੇਣ ਈਸ਼ਟ, ਮਾਇਆ ਚਿੱਤ ਨੂੰ ਭ੍ਰਮਤ ਕਰਦੀ ਹੈ ਈਸ਼ਟ ਦਾ ਰੂਪ ਧਾਰਨ ਕਰਕੇ। ਜਿਸ ਪਾਵਨ ਸ਼ਬਦ ਦੀ ਆਪਾਂ ਗੱਲ ਕਰ ਰਹੇ ਪੜ੍ਹ ਰਹੇ ਹਾਂ, ਇਹਦੇ ਵਿੱਚ ਇਸੇ ਦਾ ਸੰਪੂਰਨ ਤੇ ਸੰਖਿਪਤ ਦਰਸ਼ਨ ਹੈ। ਅਸੀਂ ਨਾਵਾਂ ਤੇ ਲੜਦੇ ਹਾਂ। ਨਾ 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 ਨਾ, ਇਹਦਾ ਨਾਂ ਨਾ ਲਿਓ, ਉਹ ਅਨਮਤ ਦਾ ਹੈ। ਇਹਦਾ ਨਾਂ ਲਿਓ, ਉਹ ਫਲਾਣੇ ਧਰਮ ਦੀ ਉਪਾਸਨਾ ਦਾ ਕੇਂਦਰ ਹੈ। ਇਹਦਾ ਨਾਂ ਨਾ ਵਰਤਿਓ, ਉਹ ਫਲਾਣੇ ਸੰਪਰਦਾ ਦੀ ਉਪਾਸਨਾ ਦਾ ਕੇਂਦਰ ਹੈ। ਤੇ ਕਿਉਂਕਿ ਇੱਥੇ ਮਾਇਆ ਨੇ ਚਿੱਤ ਨੂੰ ਭ੍ਰਮਿਤ ਕਰ ਦਿੱਤਾ ਹੈ। ਇੱਕ ਕਹਿੰਦਾ ਹੈ ਤੇ ਰੱਬ, ਪਰ ਮੇਰਾ ਰੱਬ ਇਸ ਤਰ੍ਹਾਂ ਦਾ ਹੈ। ਦੂਜਾ ਕਹਿੰਦਾ ਹੈ ਤੇਰਾ ਰੱਬ ਇਸ ਤਰ੍ਹਾਂ ਦਾ ਹੈ ਤੇ ਮੇਰਾ ਰੱਬ ਇਸ ਤਰ੍ਹਾਂ ਦਾ ਹੈ। ਬਸ ਲੜ ਪਏ। ਰੱਬ ਤੇ ਇੱਕ ਹੀ ਹੈ, ਲੜ ਪਏ। ਪਰ ਜਿਹੜੇ ਇਸ ਤੋਂ ਵੀ ਅੱਗੇ ਚਲੇ ਜਾਂਦੇ ਨੇ ਚੌਥੇ ਪੜਾਵ ਤੇ, ਉਹ ਜਾਣਦੇ ਨੇ ਕਿ ਨਹੀਂ ਰੱਬ ਇੱਕ ਹੀ ਹੈ। ਨਿੱਕੀ ਜੀ ਗੱਲ ਮਨ ਸਮਝਾਵਣ ਕਰਨੇ ਆਪਾਂ ਕਈ ਵਾਰ ਪੜ੍ਹੀ ਸੁਣੀ, ਵੀ ਜਿਵੇਂ ਕਿਸੇ ਇੱਕ ਗੁਰੂ ਦੇ ਦੋ ਚੇਲੇ ਉਹਦੀ ਸੇਵਾ ਕਰਨ ਲੱਗੇ। ਸੇਵਾ ਕਰਨ ਵਾਸਤੇ ਦੋਨਾਂ ਨੇ ਉਸ ਬਜ਼ੁਰਗ ਦੀਆਂ ਦੋਨੋਂ ਲੱਤਾਂ ਦੀ ਮਾਲਿਸ਼ ਸ਼ੁਰੂ ਕਰ ਦਿੱਤੀ। ਆਪਣੇ ਵੱਲੋਂ ਮੁੱਠੀ ਚਾਪੀ ਕਰਕੇ ਹਟ ਗਏ। ਬਾਬਾ ਸੌਂ ਗਿਆ। ਬਜ਼ੁਰਗ ਬਾਬਾ ਜਿਉਂ ਸੁੱਤਾ ਤੇ ਸੁੱਤਿਆਂ ਇੱਕ ਲੱਤ ਦੇ ਉੱਤੇ ਦੂਜੀ ਲੱਤ ਆ ਗਈ। ਤੇ ਹੁਣ ਇੱਕ ਚੇਲਾ ਜਿਹਦੀ ਲੱਤ ਹੇਠ ਆ ਗਈ ਸੀ, ਉਹ ਕਲਪ ਉੱਠਿਆ ਕਿ ਲੈ, ਮੇਰੀ ਲੱਤ ਦੇ ਉੱਤੇ ਤੇਰੀ ਲੱਤ ਕਿਉਂ ਆ ਗਈ? ਉਹਨੇ ਸੋਟਾ ਚੁੱਕਿਆ, ਉਸ ਲੱਤ ਨੂੰ ਮਾਰਿਆ। ਦੂਜੇ ਨੇ ਗੁੱਸਾ ਕੀਤਾ, ਤੂੰ ਮੇਰੀ ਲੱਤ ਨੂੰ ਮਾਰਿਆ, ਜਿਸ ਲੱਤ ਦੀ ਮੈਂ ਸੇਵਾ ਕਰਦਾ ਤੂੰ ਇਸ ਨੂੰ ਭੰਨਿਆ, ਮੈਂ ਤੇਰੀ ਲੱਤ ਭੰਨ ਦਿਆਂਗਾ। ਉਹਨੇ ਦੂਜੀ ਭੰਨਤੀ। ਤੇ ਜਰਾ ਠੰਡੇ ਦਿਮਾਗ ਨਾਲ ਸੋਚੀਏ, ਲੱਤ ਕਿਹਦੀ ਟੁੱਟੀ? ਬਾਬੇ ਦੀ। ਦੁੱਖ ਕਿਹਨੂੰ ਹੋਇਆ, ਪੀੜਾ ਕਿਹਨੂੰ ਹੋਈ? ਉਸ ਬਜ਼ੁਰਗ ਨੂੰ। ਤੇ ਚੇਲਿਆਂ ਨੂੰ ਕੀ ਗਿਆ? ਉਹਨੇ ਡਾਂਗ ਉਹਦੇ ਬਾਬੇ ਲੱਤ ਤੇ ਮਾਰਤੀ, ਉਹਨੇ ਡਾਂਗ ਉਹਦੇ ਲੱਤ ਤੇ ਮਾਰਤੀ। ਅਜੋਕਾ ਸਮਾਜ ਸਦੀਆਂ ਤੋਂ ਇਸੇ ਤਰ੍ਹਾਂ ਕਰਦਾ ਆ ਰਿਹਾ। ਮੈਂ ਤੇਰੇ ਗੁਰੂ ਪੀਰ ਨੂੰ ਨਹੀਂ ਮੰਨਦਾ, ਤੂੰ ਮੇਰੇ ਗੁਰੂ ਪੀਰ ਨੂੰ ਕਿਉਂ ਨਹੀਂ ਮੰਨਦਾ? ਮੈਂ ਤੇਰੀ ਮੂਰਤ ਭੰਨ ਦਿਆਂਗਾ, ਉਹ ਕਹਿੰਦਾ ਮੈਂ ਤੇਰੀ ਮੂਰਤ ਭੰਨ ਦਿਆਂਗਾ। ਮੈਂ ਤੇਰੇ ਇਸ਼ਟ ਦਾ ਅਪਮਾਨ ਕਰ ਦਿਆਂਗਾ, ਉਹ ਕਹਿੰਦਾ ਮੈਂ ਤੇਰੇ ਇਸ਼ਟ ਦਾ ਅਪਮਾਨ ਕਰ ਦਿਆਂਗਾ। ਉਹ ਕਹਿੰਦਾ ਮੈਂ ਤੇਰੀ ਕਿਤਾਬ ਦਾ, ਤੇਰੇ ਗ੍ਰੰਥ ਦਾ, ਤੇਰੇ ਧਰਮ ਪੁਸਤਕ ਦਾ ਅਪਮਾਨ ਕਰ ਦਿਆਂਗਾ। ਉਹ ਕਹਿੰਦਾ ਮੈਂ ਤੇਰੇ ਦਾ ਅਪਮਾਨ ਕਰ ਦਿਆਂਗਾ। ਪਰ ਅਪਮਾਨ ਕਿਹਦਾ ਹੋ ਰਿਹਾ, ਇਹ ਕੋਈ ਨਹੀਂ ਸੋਚਦਾ।
अपमान तो उस बजुर्ग बापू का हो रहा है ना जिदियां दोनों लत्तां ने। दर्द तो उन्होंने होंदी होगी ना, पर उन्होंने पुछता कोई नहीं। अज इस शब्द च पातशाह साहब ने दसे जितने अज तक धर्म खेत्र च ना वरते जाते होणगे तकरीबन इस शब्द च वो सारे ही ना वरत दिते जिन्हां ते आपां नित बहस करते हैं, नित लड़ते हैं। तो पातशाह कहने लगे जरा थोड़ा जा उतले लैवल ते चले जा। इस अध्यात्मवाद तो उपर भी एक होर वाद हैगा जे साडा बहुते जीवां दा इन्हां तिन्नां लैवलों ते सुरत मत बुद्ध अटक जाती है, पर यह चौथा एक पड़ाव हुंदा है जिन्हों असीं परमार्थ कहते हैं। असीं बहुते जी शरीरक लैवल ते जी रहे हैं, कुछ मानसिक लैवल ते जी रहे हैं, कुछ अध्यात्मक लैवल ते जी रहे हैं। टावे टावे हैन बिरले घणे नहीं, हैन बिरले ना ही घणे। वो चौथे वाद परमार्थकवाद ते जिउंदे ने, जिहड़े कहिंदे ने तुद बिन दूजा ना ही कोई, जिहड़े गुरमुख ने जिन्हें माया तो बच गए ने, जिहड़े कहिंदे ने तुद बिन दूजा ना ही कोई, जिन्हां दे बाबत अज इस स्थान ते बाबा जी कहिंदे ने मनमुख खादे गुरमुख उभरे। वो किहड़े ने? जिन सच नाम चित लाया। वो सच्चे नाम ना जुड़े टामे ते जिहड़ा सच्चे नाम ना जुड़ गया है वो इत्थों दे वर्त रहे। जिहड़े किरतम नाम ने उन्हां ते कदे बहस नहीं करेगा। किरतम नामा ते कदे बहस नहीं। ते अज पातशाह साहब ने यही ते गल दसी कि असां पहुंचना है अच्युत पार ब्रह्म परमेश्वर अंतरजामी। अच्युत कहंदे ने जो कदे डिगे ही ना, जो कदे अपने लैवल तो हेठां ना आवे, जो ड्रापित ना हो सके, जो डिग ना सके, जो टपक ना सके, जो थले ना डिग सके, वो अच्युत है। तो कौन? असीं सारे छय हो रहे हैं, सारे डिग रहे हैं, सारे हर वक्त हरासमेंट विच आ, सारे हर वक्त छय हो रहे हैं। असीं अच्युत नहीं हो सकते। पार ब्रह्म हे अकाल पुरख वाहिगुरु जो तुद बिन दूजा ना ही कोई दे ख्याल नूं किते पकड़िए, तेरे तो बिना ब्रह्मांड विच कुछ भी नहीं है। आज जो कुछ भी दिख रहा है, हुणे भाई साहब कीर्तन कर रहे सन, बड़ी प्यारी तुक च वरते जा रही सी, सब किछ तू है मेरे प्यारे, तेरी कुदरत कबल जाए जी। सब किछ ते सब किछ विच की आ गए? मैं भी आ गया, तुसीं भी आ गए। जो साडे नाल संबंधित है वह भी आ गया, ते जिहदे आपां विरोध विच खड़े हां वह भी आ गया। सब किछ भी तो वही है ना, जरूरी थोड़ा कि मैं ते तुसीं। नहीं नहीं नहीं, जिहड़ी गल सानू भाषा नहीं समझ आ रही ना, जो किसी दूजे ढंग नाल पूजा पाठ करिया वह भी सब किछ विच है, ते सब कुछ तू है। आ सब तेरा स्वरूप है ही तू, तेरे तो बिना ते कुछ है ही नहीं। एक तू ही, एक तू ही। असीं कई बार पढ़े हैं, जिहड़े सहज पाठ करते हैं वो जानते ने। जगत गुरु गुरु नानक पातशाह बड़े प्यार नाल कहने दिगर को नहीं, दूजा कोई नहीं। तो वह है अच्युत, वो है सदा एक समान, वो पार ब्रह्म है, परमेश्वर है, अंतरजामी है, सारियां दे दिलां दी जानदे ने। मधुसूदन है, दामोदर है। ये मधुसूदन ते दामोदर जे उंज कहिए तो कोई कृष्ण दे नाल जोड़ देंदा है, कोई दामोदर गणेश नूं कह देंदा है। असीं ते लड़ सकते हैं ना, लै दामोदर क्यों कह रहे हो जी, वो ते गणेश नूं कहिंदे ने। नहीं नहीं नहीं, कहिंदे होणगे गणेश नूं, गणेश नूं भी लोग कहिंदे होणगे। की फर्क पैंदा है? अज इन्हां नूं होर गहरे समझना होवे, असीं सतगुरु गुरु नानक पातशाह कहने आ, पर नानक सिंह भी तो बड़े ने ना, नानक चंद भी बड़े होणगे। पर की सामने तुरिया जांदा व्यक्ति उन्होंने पुछी भाई तेरा नाम की है, आखेगा जी नानक सिंह। ते कि वो नानक सिंह वो भी नानक सिंह है, कि पर साडा गुरु नानक ते वो नानक एक थोड़ा हो गए। ठीक है, इहदा भी अखर वही ने। हुण एक कोई मिलदा है, उहदा नाम अंगद हो सकता है। बहुत सारे ने जो अर्जन सिंह ने, बहुत सारे ने जो गोबिंद सिंह ने। की फर्क पैंदा है? पर अर्जन सिंह नाम रखण दे नाल कोई गुरु अर्जन थोड़ा हो सकता है। इसे तरह किसी व्यक्ति का, किसी स्वरूप का,
ਕਿਸੇ ਮੂਰਤ ਦਾ ਅਗਰ ਕਿਸੇ ਨੇ ਕੋਈ ਨਾਂ ਰੱਖ ਦਿੱਤਾ ਹੈ, ਉਸ ਨਾਂ ਰੱਖਣ ਦੇ ਨਾਲ ਉਹ ਅਕਾਲ ਪੁਰਖ ਥੋੜਾ ਹੋ ਸਕਦਾ ਹੈ, ਪਰ ਹਾਂ ਅਕਾਲ ਪੁਰਖ ਦਾ ਨਾਮ ਵੀ ਨਾਨਕ ਹੋ ਸਕਦਾ ਹੈ। ਅਕਾਲ ਪੁਰਖ ਦਾ ਨਾਮ ਵੀ ਨਾਨਕ ਹੈ। ਦਾਮੋਦਰ ਕਿਸੇ ਹੋਰ ਮੂਰਤ ਨੂੰ ਕਿਹਾ ਜਾ ਸਕਦਾ ਹੈ, ਕਿਉਂਕਿ ਉਹ ਅਖਰੀ ਅਰਥਾਂ ਵਿੱਚ ਹੁੰਦਾ ਹੈ। ਚੇਤਾ ਰੱਖਣਾ, ਸੰਸਾਰ ਵਿੱਚ ਜਿਤਨੇ ਵੀ ਨਾਮ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੇ ਅਸੀਂ ਤੁਸੀਂ ਵਰਤਦੇ ਹਾਂ, ਉਹ ਕਿਸੇ ਨਾ ਕਿਸੇ ਉਹਦੇ ਅਖਰੀ ਅਰਥਾਂ ਦੀ ਵਿਸ਼ਾਲਤਾ ਨੂੰ ਮੁੱਖ ਰੱਖ ਕੇ ਵਰਤੇ ਜਾਂਦੇ ਨੇ, ਹੋ ਸਕਦੇ ਨੇ। ਗੋਵਰਧਨ ਇੱਕ ਨਾਮ ਹੈ। ਕਦੇ ਜਿਸ ਨੇ ਪਹਾੜ ਨੂੰ ਚੁੱਕਿਆ ਗੋਵਰਧਨ, ਲੋਕ ਕ੍ਰਿਸ਼ਨ ਨੂੰ ਕਹਿੰਦੇ ਹੋਣਗੇ, ਪਰ ਪਾਤਸ਼ਾਹ ਕਹਿਣਗੇ ਨਹੀਂ, ਤੂੰ ਆਪ ਹੈ ਜਿਸ ਨੇ ਸੰਸਾਰ ਨੂੰ ਟਿਕਾਇਆ ਹੋਇਆ। ਗੋਵਰਧਨ ਧਾਰੀ, हे ਪ੍ਰਭੂ ਜੀ ਤੁਸੀਂ ਆਪ ਹੋ। ਰਿਖੀਕੇਸ਼ ਉਂਝ ਤੇ ਇੱਕ ਤੀਰਥ ਹੋ ਸਕਦਾ ਕਿਸੇ ਦਾ, ਪਰ ਨਹੀਂ, ਤੁਸੀਂ ਹੋ ਰਿਸ਼ੀਆਂ ਦੀ ਸੰਭਾਲ ਕਰਨ ਵਾਲੇ, ਪਹਾੜਾਂ ਨੂੰ ਚੁੱਕਣ ਵਾਲੇ। ਮੁਰਲੀ ਮਨੋਹਰ ਉਂਝ ਕਿਸੇ ਅਵਤਾਰ ਨੂੰ ਕਿਹਾ ਜਾਂਦਾ ਹੈ। ਅਸੀਂ ਕਵਾਂਗੇ ਤੇ ਲੋਕ ਲੜਨ ਨੂੰ ਤਿਆਰ ਹੋ ਜਾਂਦੇ ਨੇ, ਕੋਈ ਪੂਜਦਾ ਹੈ ਤੇ ਕੋਈ ਲੜਦਾ ਹੈ। ਸੰਸਾਰ ਦੇ ਸਰੂਪਾਂ ਨਾਵਾਂ ਤੇ ਦੋ ਹੀ ਪੱਖਾਂ ਹੁੰਦੇ ਨੇ, ਇੱਕ ਉਸ ਨੂੰ ਪੂਜਣ ਜਾਂਦਾ ਹੈ, ਇੱਕ ਉਸ ਨਾਂ ਤੇ ਲੜਨ ਜਾਂਦਾ ਹੈ। ਅਸੀਂ ਨਾ ਤੇ ਪੂਜਣ ਜਾਂਦੇ ਹਾਂ ਤੇ ਨਾ ਅਸੀਂ ਲੜਨ ਜਾਂਦੇ ਹਾਂ। ਅਸੀਂ ਦੋਨਾਂ ਨੂੰ ਛੱਡ ਦਿੰਦੇ ਹਾਂ। ਅੱਜ ਵੀ ਜਿਹੜੇ ਦੋ ਬਹਿਸ ਮੁਬਾਸੇ ਲੋਕ ਕਰਦੇ ਨੇ, ਗੁਰੂ ਨਾਨਕ ਦੇ ਪਿਆਰਿਓ ਛੱਡ ਦਿਓ ਇਹਨਾਂ ਨੂੰ। ਜਿਵੇਂ ਇੱਕ ਵਾਰ ਬੜਾ ਪਿਆਰਾ ਬਚਨ ਪਾਠ ਕਰਦਿਆਂ ਕਰਦਿਆਂ ਆਪਾਂ ਪੜ੍ਹਿਆ ਨਾ, ਪੰਡਤ ਮੂਲਾਂ ਜੋ ਲਿਖ ਦੀਆ, ਛੱਡ ਚਲੇ ਹਮ ਕਛੂ ਨਾ ਲਈਆ। ਛੱਡ ਕੇ ਅੱਗੇ ਚੱਲੀਏ, ਅਸਾਂ ਕੀ ਲੈਣਾ ਇਹਨਾਂ ਤੋਂ, ਲੜਨ ਵਾਲਿਆਂ ਤੋਂ। ਜੋ ਇੱਕ ਨੂੰ ਇੱਕ ਪੂਜਣ ਜਾਂਦਾ ਹੈ, ਦੂਜਾ ਲੜਨ ਜਾਂਦਾ ਹੈ, ਇੱਕ ਦੀਵਾ ਜਗਾਉਣ ਜਾਂਦਾ ਹੈ, ਇੱਕ ਦੀਵਾ ਬੁਝਾਉਣ ਜਾਂਦਾ ਹੈ। ਆਪਾਂ ਇਹਨਾਂ ਤੋਂ ਕੀ ਲੈਣਾ? ਸਾਨੂੰ ਤੇ ਪਤਾ ਹੈ ਕਿ ਜਦ ਦੀਵਾ ਜਗਦਾ ਤੇ ਰੋਸ਼ਨੀ ਹੁੰਦੀ ਹੈ, ਉਹ ਭਾਵੇਂ ਕਿਸੇ ਤੇਲ ਤੋਂ ਕਿਸੇ ਸਰੂਪ 'ਚ ਜਗੇ, ਉਹ ਤੋਂ ਰੋਸ਼ਨੀ ਹੁੰਦੀ ਹੈ। ਉਹ ਮੁਰਲੀ ਮਨੋਹਰ ਹੈ ਕਿਉਂਕਿ ਉਹਦੀ ਧੁਨ ਬੜੀ ਮਿੱਠੀ ਹੈ, ਰੰਗਾਂ ਦਾ ਮਾਲਕ ਹੈ, ਮੋਹਨ ਹੈ, ਮਨ ਨੂੰ ਖਿੱਚ ਲੈਣ ਵਾਲਾ ਹੈ, ਮਾਧਵ ਹੈ, ਸੰਸਾਰ ਦੇ ਮਾਇਆ ਦਾ ਪਤੀ ਹੈ, ਕ੍ਰਿਸ਼ਨ ਮੁਰਾਰੀ ਹੈ। ਦੁਨੀਆ ਕ੍ਰਿਸ਼ਨ ਮੁਰਾਰ ਕਹਿ ਕੇ ਦੁਆਪਰ ਚਲੀ ਜਾਂਦੀ ਹੈ, ਪਰ ਅਸੀਂ ਦੁਆਪਰ 'ਚ ਕਿਉਂ ਜਾਂਦੇ ਹਾਂ? ਅਸੀਂ ਕਾਲ ਦੇ ਚੱਕਰ 'ਚ ਕਿਉਂ ਫਸਦੇ ਹਾਂ? ਸਾਨੂੰ ਤੇ ਅਕਾਲ ਨਾਲ ਟੈਗ ਕਰ ਦਿੱਤਾ ਗਿਆ ਨਾ, ਤੇ ਜਦ ਅਕਾਲ ਦੇ ਨਾਲ ਜੋੜ ਦਿੱਤਾ ਗਿਆ ਤੇ ਫਿਰ ਅਸੀਂ ਕਾਲ ਚੱਕਰ 'ਚ ਬਾਰ-ਬਾਰ ਹੇਠਾਂ ਕਿਉਂ ਡਿੱਗਦੇ ਪਏ ਹਾਂ? ਸਾਨੂੰ ਜਦੋਂ ਉੱਤੇ ਜਗ੍ਹਾ ਮਿਲ ਗਈ ਏ, ਅਸੀਂ ਹੇਠਾਂ ਬਾਰ-ਬਾਰ ਦਲਦਲ ਵਿੱਚ ਕਿਉਂ ਫਸਦੇ ਪਏ ਹਾਂ? ਠੀਕ ਹੈ, ਅਕਾਲ ਦੇ ਸਮੇਂ ਦੇ ਵਿੱਚ ਕਦੇ ਮੁਰਲੀਆਂ ਵੱਜੀਆਂ ਨੇ, ਕਦੇ ਗੋਵਰਧਨ ਧਾਰੀ ਸਰੂਪ ਹੋਏ ਹੋਣਗੇ, ਬੜੇ ਇਤਿਹਾਸ ਵਿੱਚ ਰੂਪ ਨੇ। ਮੋਹਨ ਮਾਧਵ ਕ੍ਰਿਸ਼ਨ ਮੁਰਾਰੇ, ਜਗਦੀਸ਼ਰ ਹਰ ਜੀਉ ਅਸੁਰ ਸੰਘਾਰੇ। ਅਸੁਰ ਸੰਘਾਰ ਕਿਹਾ ਜਾਂਦਾ ਹੈ ਪ੍ਰਮਾਤਮਾ ਨੂੰ। ਹੁਣੇ ਅਸੀਂ ਪੜ੍ਹਦੇ ਹਾਂ, ਰੋਜ਼ਾਨਾ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ। ਤੇ ਅਸੁਰ ਸੰਘਾਰ ਹੋਏ ਸਦੀਆਂ ਤੋਂ ਹੋਏ। ਜਦੋਂ ਵੀ ਕੋਈ ਵਿਅਕਤੀ ਆਸੁਰੀ ਬਿਰਤੀ ਨੂੰ ਧਾਰਨ ਕਰ ਲਏਗਾ ਤੇ ਆਸੁਰੀ ਬਿਰਤੀ ਨੂੰ ਧਾਰਨ ਕਰਕੇ ਕਿਸੇ ਉੱਚ ਸਥਾਨ ਤੱਕ ਪਹੁੰਚ ਜਾਏਗਾ, ਉਹਦਾ ਸੰਘਾਰ ਹੋ ਜਾਏਗਾ। ਜਿਹਨੂੰ ਆਪਾਂ ਕਹਿ ਦਿੰਦੇ ਆ ਪਾਪ ਦਾ ਕੜਾ ਭਰ ਜਾਏਗਾ ਤੇ ਆਪੇ ਹੀ ਡੁੱਲ ਜਾਏਗਾ। ਇਹ ਕੁਦਰਤੀ ਹੈ, ਜਦੋਂ ਵੀ ਜਿਸ ਤੇ ਪਾਪ ਦਾ ਕੜਾ ਭਰ ਜਾਂਦਾ ਹੈ ਉਹ ਫੁੱਟ ਜਾਂਦਾ ਹੈ, ਕਿਉਂਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੋ ਜਾਂਦਾ ਹੈ। ਜੋ ਵੀ ਅਸੁਰ ਬਿਰਤੀ ਚ ਆਉਂਦਾ ਹੈ ਉਸ ਨੂੰ ਉਹ ਵਿਨਾਸ਼ ਸੰਘਾਰ ਕਰ ਦਿੰਦਾ ਹੈ। ਤੁਸੀਂ ਕਰਦੇ ਹੋ, ਅਸੁਰ ਸੰਘਾਰਨ ਹੋ। ਅਸੁਰ ਦਾ ਜਗਜੀਵਨ, ਜਗਤ ਨੂੰ ਜੀਵਨ ਵੀ ਦਿੰਦੇ ਹੋ। ਜੇ ਅਸੁਰਾਂ ਦਾ ਸੰਘਾਰ ਕਰਦੇ ਹੋ ਤੇ ਜਗਤ ਨੂੰ ਜੀਵਨ ਦਿੰਦੇ ਹੋ। ਜਗ ਜੀਵਨ ਅਬਨਾਸ਼ੀ ਸਦਾ ਤੋਂ ਇੱਕ ਸਮਾਨ ਹੋ। ਠਾਕੁਰ ਜੀਓ ਘਟ ਘਟ ਵਾਸੀ ਹੈ ਸੰਗਾ। ਇਹ ਪਰਮੇਸ਼ਰ ਮੇਰੇ ਸਦਾ ਤੋਂ ਹਰ ਹਿਰਦੇ ਦੇ ਵਿੱਚ ਹੈ। ਜਿਤਨੇ ਵੀ ਹਿਰਦੇ ਨੇ ਬ੍ਰਹਮੰਡੀ ਰਚਨਾ ਦੇ ਵਿੱਚ, ਭਾਵੇਂ ਕਿਸੇ ਕੀੜੀ ਦਾ ਹਿਰਦਾ ਹੈ ਤੇ ਭਾਵੇਂ ਕਿਸੇ ਹਾਥੀ ਦਾ ਹਿਰਦਾ ਹੈ, ਉਸ ਨੂੰ ਧੜਕਣ ਕੌਣ ਦੇ ਰਿਹਾ ਹੈ? ਉਹ ਕਰਤਾ ਦੇ ਰਿਹਾ ਹੈ। ਆ ਜਿਤਨੇ ਨਿੱਕੇ ਨਿੱਕੇ ਸਾਜੋ ਸਮਾਨ ਇੱਥੇ ਜਗ ਰਹੇ ਨੇ, ਆ ਕੈਮਰੇ ਚੱਲ ਰਹੇ ਨੇ, ਆ ਬਲਬ ਜਗ ਰਹੇ ਨੇ, ਸਾਡੇ ਨਿੱਕੇ ਨਿੱਕੇ ਡਿਵਾਈਸ ਚੱਲ ਰਹੇ ਨੇ। ਹਰ ਘਰ ਦੇ ਵਿੱਚ ਕਿਤੇ ਕੋਈ ਲਾਟੂ ਜਗਦਾ, ਕਿਤੇ ਕੋਈ ਠੰਡੀ ਹਵਾ ਦੇਣ ਵਾਲੀ ਮਸ਼ੀਨ ਚੱਲਦੀ ਹੈ, ਕਿਤੇ ਗਰਮ ਹਵਾ ਦੇਣ ਵਾਲੀ ਮਸ਼ੀਨ। ਕੌਣ ਚਲਾ ਰਿਹਾ ਇਹਨੂੰ? ਤੇ ਵਿਗਿਆਨੀ ਕਹੇਗਾ ਬਿਜਲੀ। ਉਹ ਇੱਕ ਸ਼ਬਦ ਮੁਕਾ ਦੇਗਾ, ਆ ਘੜੀ ਬਿਜਲੀ ਨਾਲ ਚੱਲਦੀ ਹੈ, ਕੈਮਰਾ ਬਿਜਲੀ ਨਾਲ ਚੱਲਦਾ ਹੈ, ਬਲਬ ਬਿਜਲੀ ਨਾਲ ਚੱਲਦਾ ਹੈ।
ਤੇ ਵੀ ਇਹਨਾਂ ਨੂੰ ਪੂਜਣ ਦੀ ਕੀ ਲੋੜ ਪਈ ਹੈ, ਆਪਾਂ ਸਿੱਧਾ ਬਿਜਲੀ ਨਾਲ ਕਿਉਂ ਨਹੀਂ ਕਨੈਕਟ ਹੋ ਜਾਂਦੇ। ਜੇ ਜਗਣਾ ਹੈ ਤੇ ਬਿਜਲੀ ਨਾਲ ਜਗ ਜਾਓ। ਆ ਜਿਤਨੇ ਸੰਸਾਰ 'ਚ ਹਿਰਦੇ ਧੜਕ ਰਹੇ ਨੇ, ਕੌਣ ਧੜਕਣ ਦੇ ਰਹੇ? ਉਹ ਕਰਤਾ ਆਪ ਧੜਕਣ ਦੇ ਰਹੇ, ਸਭ ਉਹਦੇ ਨੇ। ਹੋ ਸਕਦਾ ਹੈ ਕੈਮਰੇ ਦਾ ਕੋਈ ਹੋਰ ਸਰੂਪ ਹੈ, ਬਲਬ ਦਾ ਕੋਈ ਹੋਰ ਰੂਪ ਹੈ, ਉਹਦਾ ਕੋਈ ਹੋਰ ਕੰਮ ਹੈ, ਇਹਦਾ ਕੋਈ ਹੋਰ ਕੰਮ ਹੈ, ਸਪੀਕਰ ਦਾ ਕੋਈ ਹੋਰ ਕੰਮ ਹੈ, ਘੜੇ ਦਾ ਹੋਰ ਕੰਮ ਹੈ, ਏਸੀ ਦਾ ਹੋਰ ਕੰਮ ਹੈ, ਗੀਜ਼ਰ ਦਾ ਹੀਟਰ ਦਾ ਹੋਰ ਕੰਮ ਹੈ, ਪਰ ਖਰਚ ਕੌਣ ਹੋ ਰਹੇ, ਵਰਤ ਕੌਣ ਰਹੇ? ਵਰਤ ਬਿਜਲੀ ਰਹੀ ਹੈ। ਇਵੇਂ ਹੀ ਇੱਕ ਪਸ਼ੂ ਦਾ ਹੋਰ ਸੁਭਾਅ ਹੈ, ਇੱਕ ਮਨੁੱਖ ਦਾ ਹੋਰ ਸੁਭਾਅ ਹੈ, ਇੱਕ ਦਾ ਹੋਰ ਨਾਮ, ਇੱਕ ਦਾ ਹੋਰ ਕਾਮ ਹੈ, ਪਰ ਵਰਤ ਕੌਣ ਰਹੇ? ਉਹ ਆਪ ਵਰਤ ਰਹੀ ਹੈ, ਉਹਦੀ ਕਲਾ ਵਰਤ ਰਹੀ। ਅੱਜ ਜੋ ਉਹ ਨਾਮ ਕਰਕੇ ਵਰਤ ਰਹੀ। ਜੋ ਉਸ ਕਲਾ ਨਾਲ ਜੁੜ ਗਏ ਉਹ ਗੁਰਮੁਖ ਹੈ ਤੇ ਉਹ ਬਚ ਕੇ ਹੈ। ਜੋ ਤੋਂ ਟੁੱਟ ਗਏ ਉਹ ਮਨਮੁਖ ਹੈ, ਉਹ ਮਰ ਗਏ, ਉਹਨੂੰ ਮਾਇਆ ਖਾ ਗਈ ਹੈ। ਕਹਿਣ ਲੱਗੇ ਉਹ ਘਟ ਘਟ ਵਾਸੀ ਹੈ ਸੰਗਾ, ਧਰਣੀ ਤਰ ਈਸ਼ ਨਰਸਿੰਘ ਨਾਰਾਇਣ। ਨਰਸਿੰਘ ਦਾ ਚਰਚਾ ਆਪਾਂ ਰੋਜ਼ ਪੜ੍ਹਦੇ ਹਾਂ। ਜਦੋਂ ਹਰਨਾਕਸ਼ ਨੂੰ ਮਾਰਿਆ ਤੇ ਜਿਸ ਰੂਪ ਕਰਕੇ ਹੋਇਆ, ਉਸੇ ਨੂੰ ਤੇ ਨਰਸਿੰਘ ਕਹਿੰਦੇ ਹੋ ਨਾ। ਵੀ ਠੀਕ ਹੈ, ਸੰਸਾਰ ਦੀ ਤਾਰੀਖ ਪੜ੍ਹਨ ਵਾਲੇ ਉਸ ਨੂੰ ਮਿਥਿਹਾਸ ਕਹਿ ਦੇਣਗੇ। ਬਹੁਤ ਸਾਰੇ ਉਹ ਨਾਮ ਨੇ ਜਿਹਨੂੰ ਲੋਕ ਕਹਿੰਦੇ ਨੇ ਮਿਥਿਹਾਸ। ਮਿਥਿਹਾਸ ਪਤਾ ਕਿਉਂ ਕਿਹਾ ਜਾਂਦਾ? ਇਹ ਝੂਠ ਨਹੀਂ ਹੁੰਦਾ, ਪਰ ਇਹਦੀ ਤਾਰੀਖ ਨਹੀਂ ਹੁੰਦੀ। ਝੂਠ ਨਹੀਂ ਹੈ, ਪਰ ਇਹਦੀ ਤਾਰੀਖ ਨਹੀਂ। ਤੇ ਤਾਰੀਖ ਸਾਡੇ ਕੋਲ ਕਿਤਨੀ ਹੈ? ਕੇਵਲ 2000 ਸਾਲ। ਅੱਜ ਤਾਰੀਖ ਕਿਤਨੀ ਆਪਾਂ ਕਹਿ ਰਹੇ ਨਾ, ਅਖੇ ਜੀ ਅੱਜ ਨਵੰਬਰ ਦੀ 30 ਤਾਰੀਖ ਹੈ ਤੇ ਈਸਵੀ ਸਨ 2017 ਤੇ 2018 ਸਾਲ ਦਾ ਤੇ ਸਾਡੇ ਕੋਲ ਇਤਿਹਾਸ ਹੀ ਨਹੀਂ ਨਾ। ਇੰਨਾ ਇਤਿਹਾਸ ਹੈ, ਇੰਨਾ ਇਤਿਹਾਸ ਹੈ। ਇਸ ਤੋਂ ਪਹਿਲਾਂ ਇੱਕ ਪ੍ਰਾਗ ਇਤਿਹਾਸ ਹੁੰਦਾ ਹੈ ਜਿਹਨੂੰ ਅਸੀਂ ਕਹਿੰਦੇ ਈਸਾ ਪੂਰਵ 100 ਸਾਲ, ਈਸਾ ਪੂਰਵ 500 ਸਾਲ, ਈਸਾ ਪੂਰਵ। ਤੇ ਫਿਰ ਉਸ ਤੋਂ ਪਹਿਲਾਂ ਮਿਥਿਹਾਸ ਹੁੰਦਾ ਹੈ ਜਿਹਦੇ ਸਾਲਾਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ। ਉਹ ਮਿਥਿਹਾਸ ਹੁੰਦਾ ਹੈ। ਅਸੀਂ ਮਿਥਿਹਾਸ ਸਮਝਦੇ ਹਾਂ ਸ਼ਾਇਦ ਝੂਠ ਹੁੰਦਾ ਹੈ। ਝੂਠ ਦੀ ਸੱਚ ਦਾ ਨਿਰਣਾ ਨਾ ਮੈਂ ਕਰ ਸਕਦਾ ਨਾ ਤੁਸੀਂ ਕਰ ਸਕਦੇ ਹੋ। ਝੂਠ ਸੱਚ ਕੁਛ ਵੀ ਨਹੀਂ ਹੁੰਦਾ। ਜਿਸ ਨੂੰ ਮੰਨ ਲਿਆ ਜਾਂਦਾ ਉਹ ਸੱਚ ਹੁੰਦਾ ਹੈ, ਜਿਸ ਨੂੰ ਨਹੀਂ ਮੰਨਿਆ ਜਾਂਦਾ ਉਹ ਝੂਠ ਹੁੰਦਾ ਹੈ। ਮੇਰੇ ਵਾਸਤੇ ਕੋਈ ਵਿਅਕਤੀ ਝੂਠ ਵੀ ਹੋ ਸਕਦਾ ਹੈ ਤੇ ਕੋਈ ਵਿਅਕਤੀ ਸੱਚ ਵੀ ਹੋ ਸਕਦਾ ਹੈ। ਜਿਸ ਨੂੰ ਮੈਂ ਮੰਨ ਲੈਂਦਾ ਹਾਂ ਉਹ ਸੱਚ ਹੈ, ਜਿਸ ਨੂੰ ਮੈਂ ਨਹੀਂ ਮੰਨਦਾ ਉਹ ਝੂਠ ਹੈ। ਤੇ ਕਰਤੇ ਦੀ ਕੁਦਰਤ ਵਿੱਚ ਜਿਸ ਨੂੰ ਵੀ ਮੰਨਿਆ ਜਾ ਰਿਹਾ ਹੈ, ਜਿਸ ਵੀ ਰੂਪ 'ਚ ਮੰਨਿਆ ਜਾ ਰਿਹਾ ਤੇ ਜੋ ਵੀ ਮੰਨ ਰਹੇ ਉਹ ਉਹਦੇ ਲਈ ਸੱਚ ਹੈ, ਮੇਰੇ ਲਈ ਸੱਚ ਨਹੀਂ ਹੈ। ਮੇਰੇ ਲਈ ਸੱਚ ਗੁਰੂ ਨਾਨਕ ਹੈ, ਕਿਸੇ ਲਈ ਕੋਈ ਹੋਰ ਸੱਚ ਹੋਏਗਾ। ਮੇਰੇ ਲਈ ਸੱਚ ਇੱਥੋਂ ਦੇ ਪਿਆਰਿਆਂ ਵਾਸਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਨਾਂ ਲੈਂਦੇ ਹੋ ਨਾ, ਸ਼੍ਰੀ ਹਰਕ੍ਰਿਸ਼ਨ ਤੇ ਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਇੱਥੋਂ ਲਈ ਇਹੀ ਸੱਚ ਹੈ, ਕਿਤੇ ਹੋਰ ਲਈ ਕੋਈ ਹੋਰ ਹੋਵੇਗਾ। ਇਹ ਨਰਸਿੰਘ ਨਾਰਾਇਣ ਤੇਰੇ ਸਰੂਪ ਨੇ, ਤੂੰ ਹੀ ਹੈ, ਤੇਰੇ ਨਾਮ ਨੇ। ਦਾੜਾ ਅਗਰੇ ਜੋ ਦਾੜਾਂ ਦੇ ਉੱਤੇ ਰੱਖ ਕੇ ਤੁਰ ਪੈਂਦਾ, ਜਿਹਨੂੰ ਬਰਾਹ ਅਵਤਾਰ ਕਹਿੰਦੇ ਨੇ। ਪ੍ਰਥਮ ਨਾਰਾਇਣ ਸੁਣਿਆ ਪੁਰਾਣੇ ਗਾਥਾ, ਦਾੜਾਂ ਤੇ ਰੱਖ ਕੇ ਉਸਨੇ ਧਰਤੀ ਨੂੰ ਬਚਾਇਆ। ਅਸੀਂ ਇਤਿਹਾਸ ਨਹੀਂ ਜਾਣਦੇ, ਪਰ ਸਾਨੂੰ ਸੁਣਿਆ। ਆਪਾਂ ਕਿਉਂ ਟਿੱਪਣੀਆਂ ਕਰਦੇ ਹਾਂ ਹੈ ਕਿ ਨਹੀਂ? ਪੰਜ ਪਾਤਸ਼ਾਹ ਕਹਿ ਰਹੇ ਨੇ ਤੂੰ ਕੀਤੇ ਸੱਤ ਹੈ। 52 ਰੂਪ ਕੀਆ ਤੁਧ ਕਰਤੇ, ਤੁਸਾਂ 52 ਰੂਪ 52 ਉਂਗਲਾਂ ਦਾ ਸਰੂਪ ਵੀ ਤੁਸਾਂ ਬਣਾਇਆ। ਜਿਸ ਨੂੰ ਬਲਰਾਜੇ ਦੀ ਛਲ ਦੀ ਗਾਥਾ ਅਸੀਂ ਪੜ੍ਹਦੇ ਹਾਂ, ਉਹ ਵੀ ਤੇਰਾ ਸਰੂਪ ਹੋ ਸਕਦਾ ਹੈ। ਸਭ ਹੀ ਸੇਤੀ ਹੈ ਚੰਗਾ, ਸਭ ਕੁਝ ਚੰਗਾ ਹੈ। ਸ਼੍ਰੀ ਰਾਮਚੰਦ ਜਿਸ ਰੂਪ ਨਾ ਰੇਖਿਆ, ਰਾਮਚੰਦ ਵੀ ਤੁਸੀਂ ਹੋ, ਸ਼ਰਾਮ ਵੀ ਹੋ, ਤੁਸੀਂ ਹੋ, ਜਿਸ ਦਾ ਕੋਈ ਰੂਪ ਰੰਗ ਨਹੀਂ। ਹੋ ਸਕਦਾ ਪਤਾ ਨਹੀਂ ਕਿਤਨੇ ਕੁ ਰਾਮ ਨੇ। ਅਸੀਂ ਤੇ ਸੰਸਾਰ ਦੇ ਪੂਜਾ ਤੇ ਤ੍ਰੇਤਾ ਦੇ ਰਾਮ ਦੀ ਕਰਦੇ ਹੋ ਨਾ, ਪਰ ਸਾਡੇ ਆਲੇ ਦੁਆਲੇ ਸਰਕਲ ਦੇ ਵਿੱਚ ਹੀ 100 ਕੁ ਰਾਮ ਤੇ ਮੇਰੇ ਸੱਜਣਾ ਮਿੱਤਰਾਂ ਚ ਹੋਣੇ ਆ, 100 200 ਤੁਹਾਡੇ ਹੋਣੇ ਆ। ਸਾਰੇ ਹੀ ਨਹੀਂ, ਉਹ ਰਾਮ ਇੱਕੋ ਹੈ, ਸਾਰਿਆਂ ਦੇ ਵਿੱਚ ਵਸਦਾ ਪਿਆ। ਬਨਵਾਲੇ ਚੱਕਰਪਣ ਦਰਸ ਅਨੂਪਿਆ, ਤੁਸੀਂ ਸਾਰੇ ਸੰਸਾਰ ਰੂਪੀ ਬਨ ਦੇ ਮਾਲੀ ਹੋ, ਚੱਕਰਪਾਣ ਹੋ, ਜਿਨ੍ਹਾਂ ਨੇ ਚੱਕਰ ਨੂੰ ਧਾਰਨ ਕੀਤਾ ਹੋਇਆ। ਤੁਹਾਡਾ ਦਰਸ਼ਨ ਅਨੂਪ ਹੈ, ਤੁਹਾਡਾ ਸਰੂਪ ਬੜਾ ਸੁੰਦਰ ਹੈ। ਸਹਿਸ ਨੇਤਰ, ਹਜ਼ਾਰਾਂ ਨੇਤਰ ਨੇ। ਆਪਾਂ ਰੋਜ਼ਾਨਾ ਕਹਿੰਦੇ ਸਹਿਸ ਤਵ ਨੈਣ, ਰੋਜ਼ਾਨਾ ਸਵੇਲੇ ਚ ਪੜ੍ਹਦੇ ਹਾਂ। ਮੂਰਤ ਹੈ ਸਹਿਸਾ, ਹਜ਼ਾਰਾਂ ਤੁਹਾਡੇ ਮੂਰਤ ਨੇ। ਅਸੀਂ ਤੁਸੀਂ ਇੰਨੇ ਕੁ ਦਰਬਾਰ ਚ ਬੈਠੇ ਹਾਂ, ਕੋਈ ਸਾਨੂੰ ਤੁਹਾਨੂੰ ਪੁੱਛੇਗਾ ਕਵਾਂਗੇ ਕਿੰਨੇ? ਅਖੇ ਜੀ ਸੰਗਤ ਵਿੱਚ ਨਾ ਇੰਨੀਆਂ ਕੁ ਬੀਬੀਆਂ, ਇੰਨੇ ਕੁ ਮਰਦ, ਇੰਨੇ ਕੁ ਭਾਈ, ਇੰਨੀ ਕੁ ਬੀਬੀਆਂ ਬੈਠੀਆਂ ਸਨ। ਆਪਾਂ ਇੱਦਾਂ ਦੱਸਾਂਗੇ ਨਾ,
ਸਾਡੀ ਗਿਣਤੀ ਮਿਣਤੀ ਇਦਾਂ ਦੀ ਹੋਣੀ ਆ ਵੀ ਭਾਈ ਆ ਦਰਬਾਰ ਵਿੱਚ ਨਾ 100 ਕੁ ਬੀਬੀਆਂ ਬੈਠੀਆਂ ਸਨ, 100 ਕੁ ਭਾਈ ਬੈਠੇ ਸਨ, ਤੇ ਜੇ ਕਿਤੇ ਇਹੀ ਗੱਲ ਆਪਣੇ ਤੋਂ ਚੌਥੇ ਪਦ ਤੇ ਪਹੁੰਚੇ ਹੋਏ ਬਾਬੇ ਕਬੀਰ ਸਾਹਿਬ ਤੋਂ ਪੁੱਛ ਲਈਏ, ਬਾਬਾ ਜੀ ਤੁਸੀਂ ਦੱਸਿਓ, ਤੇ ਕਹਿਣ ਲੱਗੇ ਆ ਇਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ, ਇਹ ਤੇਰੇ ਰੂਪ ਨੇ, ਇਹ ਤੁਸੀਂ ਬੈਠੇ ਹੋਏ ਹੋ, ਇੰਨੇ ਸਾਰੇ ਰੂਪਾਂ ਦੇ ਵਿੱਚ ਤੁਸੀਂ ਬੈਠੇ ਹੋਏ ਹੋ। ਅਸੀਂ ਕਵਾਂਗੇ ਇਹਨੂੰ ਜਾਣਦੇ ਹਾਂ, ਇਹਨੂੰ ਨਹੀਂ ਜਾਣਦੇ, ਆ ਮੇਥੋਂ ਉਮਰ 'ਚ ਛੋਟਾ ਹੈ, ਆ ਮੇਥੋਂ ਉਮਰ 'ਚ ਵੱਡਾ ਹੈ, ਪਰ ਉਸ ਪਰਮਾਰਥ ਤੱਤ ਤੇ ਪਹੁੰਚ ਕੇ ਕਹਿਣਗੇ ਨਹੀਂ ਨਹੀਂ ਇਹ ਤੇਰੇ ਰੂਪ ਨੇ, ਤੂੰ ਸਾਰਿਆਂ ਦੀ ਸਮਾਧੀ 'ਚ ਆਪ ਹੀ ਬੈਠਾ ਹੋਇਆ। ਇਹੀ ਰੂਪ ਅਸੀਂ ਅੱਜ ਸਮਝਣਾ ਹੁੰਦਾ ਹੈ। ਕਹਿਣ ਲੱਗੇ ਇਹੀ ਤੇ ਸਤ ਸਰੂਪ ਹੈ। ਤੁਸੀਂ ਭਗਤੀ ਵਤਸਲ ਹੋ, ਭਗਤੀ ਨੂੰ ਪਿਆਰ ਕਰਨ ਵਾਲੇ ਹੋ, ਅਨਾਥਾਂ ਦੇ ਨਾਥ ਹੋ, ਗੋਪੀਆਂ ਦੇ ਨਾਥ ਹੋ, ਸਾਰਿਆਂ ਦੇ ਨਾਲ ਚੱਲਦੇ ਹੋ। ਕੇਵਲ ਗੋਪੀਆਂ ਦੇ ਨਾਲ ਹੀ ਨਹੀਂ, ਉਸ ਹਰ ਜੀ ਦੇ ਹਰ ਸਦਾ ਨਾਲ ਚੱਲਦੇ ਹੋ ਜਿਹੜਾ ਵੀ ਤੁਹਾਨੂੰ ਯਾਦ ਕਰਦਾ ਹੈ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੈ। ਸੇਵਕ ਦੇ ਤੇ ਨਾਲ ਚੱਲਦਾ ਤੇ ਅਸੀਂ ਕੀ ਮੰਨਣਾ ਹੈ? ਸਾਨੂੰ ਕੋਈ ਕੀ ਕਹੇ ਅਸੀਂ ਉਹਦੀ ਚਿੰਤਾ ਮਤ ਕਰੀਏ। ਸਾਨੂੰ ਤੇ ਪਤਾ ਹੈ ਮੈਂ ਜਿੱਥੇ ਵੀ ਜਾਣਾ ਮੇਰੇ ਗੁਰੂ ਮੇਰੇ ਨਾਲ ਹੁੰਦੇ ਨੇ। ਆਪਾਂ ਕਹਿੰਦੇ ਆ, ਸਾਨੂੰ ਦੱਸਿਆ ਗਿਆ ਹੈ ਕਿ ਠਾਕੁਰ ਜਾਂ ਸਿਮਰਾਂ ਤੂੰ ਤਾਂ ਹੀ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਤੂੰ ਸਦਾ ਨਾਲ ਹੋ। ਕੇਵਲ ਗੋਪੀਆਂ ਦੇ, ਕਿਉਂਕਿ ਗੋਪੀਆਂ ਨੇ ਇਸ ਲੈਵਲ ਨੂੰ ਛੂਹ ਲਿਆ, ਇਸ ਕਰਕੇ ਗੋਪੀਆਂ ਦਾ ਨਾਮ ਇਤਿਹਾਸ ਸੰਸਾਰ 'ਚ ਵਰਤਦਾ ਹੈ। ਵਾਸੁਦੇਵ ਉਹ ਤਾਂ ਕ੍ਰਿਸ਼ਨ ਨੂੰ ਵੀ ਕਹਿੰਦੇ ਨੇ, ਤੇ ਪਤਾ ਹੈ ਕ੍ਰਿਸ਼ਨ ਦੇ ਪਿਤਾ ਦਾ ਨਾਮ ਵੀ ਵਸੁਦੇਵ ਹੈ, ਤੇ ਬਾਅਦ ਜਾ ਕੇ ਕ੍ਰਿਸ਼ਨ ਨੂੰ ਵੀ ਵਾਸੁਦੇਵ ਕਿਹਾ ਜਾਂਦਾ ਹੈ। ਵਾਸੁਦੇਵ ਨਿਰੰਜਨ ਦਾਤੇ, ਮਾਇਆ ਤੋਂ ਰਹਿਤੋ, ਤੁਸੀਂ ਦਾਤੇ ਹੋ, ਵਰਨ ਸਾਕੋ ਗੁਣ ਅੰਗਾ। हे ਪਾਤਸ਼ਾਹ ਤੁਸੀਂ ਸਾਰੇ ਸਰੂਪਾਂ 'ਚ ਵਰਤੇ ਹੋ, ਤੁਹਾਡੇ ਗੁਣਾਂ ਦਾ, ਤੁਹਾਡੇ ਸਰੂਪਾਂ ਦਾ ਅਸੀਂ ਵਰਣਨ ਨਹੀਂ ਕਰ ਸਕਦੇ। ਮੁਕੰਦ ਮਨੋਹਰ ਲక్ష్ਮੀ ਨਾਰਾਇਣ, ਤੁਸੀਂ ਮੁਕੰਦ ਹੋ, ਮੁਕਤੀ ਦੇ ਦਾਤੇ ਹੋ, ਬਹੁਤ ਚੰਗੇ ਲੱਗਣ ਵਾਲੇ ਹੋ, ਲక్ష్ਮੀ ਨਾਰਾਇਣ ਦਾਤੇ ਹੋ। ਦ੍ਰੋਪਦੀ ਲੱਜਾ ਨਿਵਾਰ ਉਦਾਹਰਣ, ਤੁਸੀਂ ਦ੍ਰੋਪਦੀ ਦੀ ਲੱਜਿਆ ਬਚਾਈ ਹੈ। ਬਸ ਅਸੀਂ ਰੋਜ਼ ਪੜ੍ਹਦੇ ਹਾਂ, ਤੁਸੀਂ ਬਚਾਇਆ, ਸਾਨੂੰ ਰੋਜ਼ ਦੱਸਿਆ ਜਾਂਦਾ ਹੈ। ਭਗਤਾਂ ਦੀ ਲਾਜ ਰੱਖਦੇ ਹੋ, ਜੋ ਵੀ ਉਹਦੇ ਪਿਆਰ 'ਚ ਟਿਕ ਕੇ ਭਗਤੀ ਵਿਸ਼ਵਾਸ ਵਿੱਚ ਕਰੇਗਾ ਉਹਦੀ ਲੱਜਿਆ ਰੱਖੇਗਾ। ਅੱਜ ਲੋਕ ਸ਼ਰੇਆਮ ਸ਼ਰੇ ਬਾਜ਼ਾਰ ਬੇਪਤ ਪਤਾ ਕਿਉਂ ਹੁੰਦੇ ਨੇ? ਉਹਨਾਂ ਨੂੰ ਲੋਕਾਂ ਤੇ ਭਰੋਸਾ ਹੁੰਦਾ ਹੈ, ਆਪਣੇ ਗੁਰੂ ਕਰਤੇ ਤੇ ਭਰੋਸਾ ਨਹੀਂ ਹੁੰਦਾ। ਜਿਸ ਦਾ ਭਰੋਸਾ ਆਪਣੇ ਗੁਰੂ ਤੇ ਟਿਕ ਜਾਂਦਾ ਹੈ ਉਹ ਬੇਪਤ ਨਹੀਂ ਹੁੰਦਾ। ਤੁਸੀਂ ਬਚਾਉਂਦੇ ਆਏ ਹੋ, ਹੁਣ ਵੀ ਬਚਾਉਂਦੇ ਹੋ। ਕਮਲਾ ਕੰਤ ਕਰੈ ਕੰਤੂ ਹਲ, ਤੁਸੀਂ ਕਮਲਾ ਕੰਤ ਹੋ, ਕਮਲਾ ਕਹਿੰਦੇ ਨੇ ਮਾਇਆ ਨੂੰ, ਤੁਸੀਂ ਮਾਇਆ ਦੇ ਕੰਤ ਹੋ, ਕਰੈ ਕੰਤੂ ਹਲ, ਤੁਸੀਂ ਕੌਤਕ ਕਰਦੇ ਹੋ। ਸੰਸਾਰ 'ਚ ਕੀ ਹੈ? ਮਾਇਆ ਵਿਆਪਕ ਹੈ ਤੇ ਤੁਸੀਂ ਮਾਇਆ ਨਾਲ ਖੇਡ ਕਰਦੇ ਹੋ। हे ਕਰਤਾ ਪੁਰਖ, ਆ ਸੰਸਾਰ ਨੂੰ ਅਸੀਂ ਕੀ ਕਹਿੰਦੇ ਆ? ਸਾਨੂੰ ਸਾਡੇ ਪਾਤਸ਼ਾਹ ਨੇ ਦੱਸਿਆ ਸਾਰਾ ਜਗਤ ਕੀ ਹੈ? ਖੇਲ ਹੀ ਤੇ ਹੈ। ਲੋਕ ਇਸ ਨੂੰ ਜੰਗ ਕਹੀ ਜਾ ਰਹੇ ਨੇ, ਲੋਕ ਇਸ ਨੂੰ ਸੰਘਰਸ਼ ਕਹੀ ਜਾ ਰਹੇ ਨੇ, ਪਰ ਗੁਰੂ ਪਾਤਸ਼ਾਹ ਇਸ ਨੂੰ ਖੇਲ ਕਹਿ ਰਹੇ ਨੇ। ਹਾਂ, ਇਤਨਾ ਸੱਚ ਹੈ ਵੀ ਇਹ ਖੇਲ ਕੋਈ ਸੌਖਾ ਜਿਹਾ ਖੇਲ ਨਹੀਂ। ਜੇ ਆਪਾਂ ਦੇਖਿਆ ਨਾ, ਪਿਛਲੇ ਦਿਨਾਂ 'ਚ ਆਪਾਂ ਨੌਵੇਂ ਪਾਤਸ਼ਾਹ ਸਾਹਿਬ ਦੀ ਸ਼ਹਾਦਤ ਤੇ ਪੁਰਬ ਮਨਾਏ, ਤੇ ਪਾਤਸ਼ਾਹ ਨੌਵੇਂ ਜੀ ਨੇ ਹੀ ਸਾਨੂੰ ਸੰਸਾਰ ਦੇ ਵਿੱਚ ਵਿਚਰਨ ਵਾਲੇ ਜੀਵਨ ਨੂੰ ਦੱਸੇ। ਪਿਆਰਿਓ, ਸੰਸਾਰ ਜੀਵਨ ਹੈ ਤੇ ਖੇਲ, ਪਰ ਇਹ ਖੇਲ ਹੌਲਾ ਸੌਖਾ ਨਹੀਂ। ਜੇ ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ, ਇਹ ਖੇਲ ਕਠਨ ਹੈ। ਜਗਤ ਗੁਰੂ ਨਾਨਕ ਆਵਾਜ਼ ਦੇ ਕੇ ਕਹਿੰਦੇ ਨੇ, ਹੈ ਤੇ ਖੇਲ। ਪਿਆਰਿਓ, ਮੇਰੇ ਨਾਲ ਖੇਡਣ ਆਉਣਾ ਜੇ, ਤੇ ਐਵੇਂ ਹਲਕੀਆਂ ਫੁਲਕੀਆਂ ਗੱਲਾਂ ਕਰਕੇ ਨਾ ਆਇਓ, ਐਵੇਂ ਛੋਟੀਆਂ ਮੋਟੀਆਂ ਗੱਲਾਂ ਚੀਜ਼ਾਂ, ਇਹ ਔਖਾ ਖੇਲ ਜੇ। ਜਦ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਖੇਲ ਹੈ, ਤੇ ਸਾਨੂੰ ਦੱਸਿਆ ਇਹ ਸਾਰਾ ਮਾਇਆ ਦਾ ਖੇਲ ਹੈ, ਪ੍ਰਮਾਤਮਾ ਦਾ ਖੇਲ ਹੈ। ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਇੱਥੇ ਸਾਰੇ ਖੇਡ ਵਰਤ ਰਹੇ ਨੇ, ਤੇ ਸਾਰੇ ਖੇਡ ਦੇ ਵਿੱਚ ਅਸਾਂ ਪਾਰ ਜਾਣਾ। ਜੇ ਪਾਰ ਨਾ ਜਾ ਸਕੇ ਤੇ ਖੇਡ ਹੀ ਸਾਨੂੰ ਖਾ ਜਾਏਗੀ, ਕਿਉਂਕਿ ਸਾਰੀ ਦਿਸਦੀ ਖੇਡ ਮਾਇਆ ਦੀ ਹੈ। ਇਹ ਖੇਡ ਹੀ ਸਾਨੂੰ ਗਰਕ ਕਰ ਜਾਏਗੀ। ਮਨਮੁਖ ਖਾਦੇ ਹੁਣੇ ਕਹਿ ਰਹੇ ਨੇ, ਕੌਣ ਬਚੇਗਾ? ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ। ਅਸੀਂ ਇਹ ਜਾਣਨਾ ਹੈ, ਸਮਝਣਾ ਹੈ, ਆ ਖੇਲ ਸਾਰਾ ਕਰਤੇ ਦੇ ਹੁਕਮ ਦਾ ਹੈ, ਕਰਤੇ ਦੇ ਹੁਕਮ ਦਾ ਖੇਲ ਹੈ।
ਤੁਹਾਡਾ ਖੇਲ ਹੈ। द्रौपदी लज्जा निवार उदाहरण कमला कंत करें कंतुहल अनद विनोदी निसंगा अमोघ दर्शन आजू नहीं संभव। पर तुहाडे दर्शन अमोघ ने। आ खेल तुहाडा है, याद रखना ये सारा खेल तुसी हो, पर तुहाडा दर्शन फिर अमोघ है। तेरा दर्शन इतना अमोघ है कि पलक दृष्ट जीवन नूं बदल के रख देंदा है। रोज पढ़ते हैं अमै दृष्ट शुभ कर, जिन्हों असीं कदे कदे पढ़ते हैं अमै दृष्ट शुभ कर। तुहाडी अमृतमई दृष्टि जिसते पै गई, जिथे पै गई शुभ हो गया। जिथे भी तुहाडी अमृतमई दृष्टि पई शुभ हो गया। गाथावां चों आपां पढ़िया ना, गुरु नानक दी दृष्टि पैंदी है, कहंदे मरदानिया फल खा लै। मरदन मिठा लगता है, खा लेंदे। कुछ पल बाद, कुछ समय बाद फिर वो फल खांदा है, हुण कौड़ा लगता है, बेसुरत हुंदा है। पहला मिठा किवें सी? दृष्टि पै रही सी। बाद च कौड़ा क्यों है? हुण दृष्टि नहीं पै रही। टार्च पै रही है, चानना मिल रहा है। अंधकार नहीं है, टार्च नहीं पै रही, हुण अंधकार है। हुण ते कड़वाहट है। जिथे भी कड़वाहट है समझ लेना ये जी अजे वो ने जिन्हां ते उन्हें प्रेम दृष्टि नहीं पाई। भावें वो किते भी बैठा है, भावें वो किसी भी थां ते बैठा है, अगर उहदे हिरदे च कड़वाहट है तो समझ लेना उहदे उत्ते गुरु नानक दी दृष्टि नहीं पै रही, गुरु की दृष्टि नहीं पै रही। संसार दे छोटे छोटे ज्ञानी कहन लग पैंदे ने, आखे जी सारे थां ते नज़र पैंदी है, सब नूं एक समान दिखदा है। नहीं नहीं, वो एक समान जीवन दिंदा है, एक समान साह दिंदा है, एक समान भोजन दिंदा है, एक समान शरीर दिंदा है, पर कृपा एक समान नहीं दिंदा। सबना ऊपर नदर प्रभ तेरी, किसे थोड़ी किसे है खनेरी। दीपक दे नेड़े आ गए हो ते दीपक तो 100 कदम दूर चले गए हो। जगदे हुए दीपक दा की दोष है? कि सब नूं लाइट एक समान मिल रही है? एक दीपक तो जगदे हुए दीपक ते बिल्कुल तुसी एक कदम दूर बैठे हो, अपनी पुस्तक पढ़ सकते हो, इबारत पढ़ सकते हो, ते दीपक तो 100 कदम दूर बैठे सिर्फ दीपक नूं देख सकते हो, इबारत नहीं पढ़ सकते। जे कृपा प्राप्त करनी है तो गुरु जोत दे नेड़े आना पएगा, नेड़े आना पएगा। जितना नेड़े आ जाएंगे उतना ज्ञान की रोशनी निग ज्यादा मिल जाएगा। जितना दूर चले जावांगे जगदा दीपक ते दीपक जगी जाएगा, पर साडा कुछ नहीं संवरेगा। अज क्यों नहीं संवर रहा? क्योंकि असी गुरु तो दूर चले गया, बेमुख हो गया, मनमुख हो गया। गुरु का दीपक ते ज्ञान का जगदा है। तेरा दर्शन अमोघ है, सफल दर्शन है। एक बार जिहड़ा दर्शन तुहाडे करदा है, बेशक अज असी एक पासियों ये कहिंदे हां कि वो निराकार है, पढ़ते भी हाँ, पर फिर भी हर सिख दे हिरदे च एक तड़प है, चाहता है हर प्यारा पातशाह मैनू दर्शन बख्शो। क्योंकि रोज जीवन इत्थे खड़ा है, दर्शन देख जीवा गुरु तेरा। वो कोई दर्शन लभदे हाँ, कोई दर्शन तलाशते हाँ, पर वो दर्शन हो सकता है मैनू इन्हां खुलियां अखां दे ना मिलदे होण, उन्हां वास्ते मैनू गहरे उतरना पैवे। तो दर्शन तेरी अमोघ ने, सफल है। अमोघ दर्शन आजू नहीं संभव अकाल मूरत। ते वो दर्शन किहड़े ने? जो अकाल मूरत है। आ सारा कुछ काल दी मूरत है। समय दे नाल इसने पुराना हो जाना है, समय दे नाल इसने बदल जाना है। जिसते उत्ते समय दा प्रभाव है, वो भावें हीरा भी क्यों नहीं, वो अमोघ दर्शन की कैटागरी च नहीं आ सकता। अमोघ दर्शन वो जिदे उत्ते समय का प्रभाव ने, तो केवल शब्द है, विचार है, जो सदा सत है। अकाल मूर्त जिस कदे ना ही खाओ, खाओ का मतलब होंदा जो कदे खुरदा नहीं, छय नहीं होंदा। हिंदी शब्द है छय, जो कदे पंजाबी च खुरना, जो कदे खुरदा नहीं है, कदे छय नहीं होंदा, वो कौन है? साडा शरीर तो छय होंदा है। आ संगमरमर पत्थर है, ये भी खुरदा है, ये भी, पर समा इहदा अलग अलग है। एक रेत की कंध कुछ दिनों च मिट जाएगी, संगमरमर की कंध नूं सदियां लग जाणगियां, पर मिट जाएगी। वो सत
ਜਿਹਨੂੰ ਅਕਸ਼ਾ ਹਿੰਦੀ 'ਚ ਕਹਿੰਦੇ ਨੇ, ਅਖਾਓ ਆਪਾਂ ਕਦੇ ਕਦੇ ਪੰਜਾਬੀ 'ਚ ਪੜ੍ਹਦੇ। ਜੋ ਨਹੀਂ ਖੁਰਦਾ ਤੁਸੀਂ ਕਦੇ ਨਹੀਂ ਖਾਓ। ਅਬਨਾਸ਼ੀ ਸਦਾ ਰਹਿਣ ਵਾਲਿਓ, ਅਵਗਤ ਅਗੋਚਰ, ਸਭ ਕੁਛ ਤੁਝ ਹੀ ਹੈ ਲੱਗਾ। ਸਭ ਕੁਛ ਤੁਹਾਡੇ ਨਾਲ ਲੱਗਾ ਹੋਇਆ। ਜਿਵੇਂ ਅਸੀਂ ਭੱਜ ਕੇ ਕੰਧ ਦਾ ਸਹਾਰਾ ਲੈਨੇ ਤੇ ਕਹਿੰਦੇ ਕੰਧ ਨਾਲ ਲੱਗ ਗਏ, ਇਵੇਂ ਸਾਰੀ ਰਚਨਾ ਬ੍ਰਹਮੰਡ ਦੀ ਤੁਹਾਡੇ ਨਾਲ ਲੱਗੀ ਹੋਈ ਹੈ। ਨਿੱਕਾ ਜਿਹਾ ਫਲ ਬਹੁਤ ਵੱਡੇ ਰੁੱਖ ਨਾਲ ਲੱਗਾ ਹੋਇਆ ਤੇ ਰਸ ਲੈ ਰਿਹਾ ਹੈ, ਡਾਲੀ ਨਾਲ ਲੱਗਾ ਹੋ ਰਿਹਾ ਤੇ ਰਸ ਲੈ ਰਿਹਾ, ਖਿੜ ਰਿਹਾ ਤੇ ਟੁੱਟ ਜਾਏ ਤੇ ਫਿਰ ਹੈ ਤੇ ਫੁੱਲ, ਪਰ ਟੁੱਟ ਜਾਣ ਤੋਂ ਬਾਅਦ ਖੇੜਾ ਬੰਦ। ਤੁਹਾਡੇ ਨਾਲ ਲੱਗਾ ਹੋਇਆ ਤੇ ਖਿੜ ਰਿਹਾ, ਬੇਸ਼ੱਕ ਉਹਦਾ ਰੂਪ ਰੰਗ ਕੀ ਹੈ ਪਰ ਤੁਹਾਡੇ ਨਾਲ ਲੱਗਾ ਹੋਇਆ ਤੇ ਟਿਕਿਆ ਹੋਇਆ। ਸ਼੍ਰੀ ਰੰਗ ਬੈਕੁੰਠ ਕੇ ਵਾਸੀ, ਤੁਸੀਂ ਤੇ ਬੈਕੁੰਠਾਂ ਦੇ ਵਾਸੀ। ਇਹ ਨਹੀਂ ਕਿਉਂ ਕਿਤੇ 7ਵੇਂ 8ਵੇਂ ਆਕਾਸ਼ ਤੇ ਬੈਠੇ, ਉਹ ਤੁਸੀਂ ਹੋ। ਬੈਕੁੰਠ ਕੀ ਹੈ? ਜਿੱਥੇ ਸੱਤ ਹੈ ਉੱਥੇ ਬੈਕੁੰਠ ਹੈ। ਮੱਛ ਕੱਛ ਕੂਰਮ, ਇਹ ਤਿੰਨ ਉਹ ਅਵਤਾਰ ਨੇ ਜਿਨ੍ਹਾਂ ਨੂੰ 24 ਅਵਤਾਰਾਂ ਦੇ ਵਿੱਚੋਂ ਨਾਮ ਲੈ। ਮੱਛ ਮਛਲੀ ਰੂਪ ਹੈ, ਕੱਛ ਕੱਛੂਆ ਸਰੂਪ ਹੈ, ਕੂਰਮ ਜਿਹਨੂੰ ਕਹਿੰਦੇ ਆ ਇਹ ਕਛੂਆ ਸਰੂਪ ਅਵਤਾਰ ਹੈ। ਲੋਕ ਟਿੱਪਣੀ ਕਰਨਗੇ, ਕੋਈ ਕਹੇਗਾ ਹੋਇਆ, ਕੋਈ ਕਹੇਗਾ ਨਹੀਂ ਹੋਇਆ। ਆਪਾਂ ਨਹੀਂ ਕਹਿੰਦੇ ਹੋਇਆ ਕਿ ਨਹੀਂ ਹੋਇਆ, ਪਰ ਤੁਹਾਡੀ ਆਗਿਆ ਵਰਤੀ। ਕਿ ਮਛਲੀ ਵਿੱਚ ਤੁਹਾਡਾ ਰੂਪ ਨਹੀਂ ਹੈ? ਕਿ ਮਛਲੀ ਦੀ ਹਿਰਦੇ ਦੀ ਧੜਕਣ 'ਚ ਤੁਸੀਂ ਨਹੀਂ ਧੜਕਦੇ? ਤੁਸੀਂ ਧੜਕਦੇ ਹੋ। ਕਿ ਕਛੂਏ ਵਿੱਚ ਤੁਸੀਂ ਨਹੀਂ ਹੋ? ਲੰਬਾ ਜੀਵਨ ਜੀ ਜਾਂਦਾ ਤੁਹਾਡੀ ਆਗਿਆ ਵਿੱਚ। ਕੇਸ਼ਵ ਚਲਤ ਕਰਹਿ ਨਿਰਾਲੇ, ਇਹ ਤੁਹਾਡੇ ਨਿਰਾਲੇ ਕੌਤਕ ਨੇ। ਕੀਤਾ ਲੋੜਾ ਹੈ ਸੋ ਹੋਏਗਾ, ਜੋ ਤੁਸੀਂ ਚਾਹੁੰਦੇ ਹੋ ਉਹ ਹੋ ਜਾਂਦਾ। ਤੁਸੀਂ ਚਾਹੁੰਦੇ ਹੋ ਕੀੜੇ ਨੂੰ ਤੇ ਥੱਪ ਦਿੰਦੇ ਬਾਦਸ਼ਾਹੀ ਤੇ ਜੇ ਚਾਹੁੰਦੇ ਹੋ ਨਦਰ ਉਪੱਠੀ ਜੇਕਰ ਹੈ, ਸੁਲਤਾਨਾ ਘਾਹ ਕਰਾਇੰਦਾ, ਦਰ ਮੰਗਨ ਭਿਖ ਨਾ ਪਾਇੰਦਾ ਕਰ ਸਕਦੇ ਹੋ। ਤੁਸੀਂ ਨਿਰਾਹਾਰੀ ਹੋ, ਤੁਹਾਨੂੰ ਪਦਾਰਥਾਂ ਦੀ ਲੋੜ ਨਹੀਂ। ਨਿਰਵੈਰ ਹੋ, ਤੁਹਾਨੂੰ ਕਿਸੇ ਨਾਲ ਵੈਰ ਨਹੀਂ। ਤੁਸੀਂ ਪਾਰ ਬ੍ਰਹਮ ਪਰਮੇਸ਼ਰ ਨਿਰਾਹਾਰੀ ਨਿਰਵੈਰ ਸਮਾਇਆ। ਧਾਰ ਖੇਲ ਚਤੁਰਭੁਜ ਕਹਾਇਆ, ਸਾਰੀ ਰਚਨਾ ਕਹਾਂਦੇ ਤਾਂ ਲੋਕ ਤੁਹਾਨੂੰ ਬ੍ਰਹਮਾ ਕਹਿੰਦੇ ਨੇ, ਚਤੁਰਭੁਜ ਕਹਿੰਦੇ ਨੇ। ਚਾਰੇ ਦਿਸ਼ਾਵਾਂ ਨੂੰ ਸਾਂਭਦੇ ਹੋ। ਸਾਵਲ ਸੁੰਦਰ ਰੂਪ ਬਣਾਵੇ, ਤੁਸੀਂ ਬੜੇ ਸੁੰਦਰ ਸੁੰਦਰ ਸਰੂਪ। ਬੇਣ ਸੁਣਤ ਸਭ ਮੋਹ ਹੈਗਾ, ਤੁਸੀਂ ਬੜੇ ਸੁੰਦਰ ਰੂਪ ਬਣਾਏ ਨੇ। ਤੁਹਾਡੀ ਧੁਨ, ਤੁਹਾਡੀ ਬੇਣ, ਲੋਕ ਤੇ ਬੰਸੁਰੀ ਨੂੰ ਕਹਿ ਸਕਦੇ ਨੇ, ਪਰ ਬੇਣ ਦਾ ਭਾਵ ਹੈ ਜੋ ਧੁਨ ਹੈ, ਜੋ ਆਵਾਜ਼ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹਿਰਦਾ ਮੋਹਿਤ ਹੋ ਜਾਂਦਾ ਹੈ। ਬਨਮਾਲਾ ਵਿਭੂਖਣ ਕਮਲ ਨੈਣ, ਬੜੇ ਸੁੰਦਰ ਨੇ ਤੁਹਾਡੇ ਨੈਣ। ਅਸੀਂ ਵੀ ਕਹਿੰਦੇ ਹਾਂ ਬੰਦੇ ਸੁੰਦਰ ਨੇ, ਕਮਲ ਨੈਣ ਹੋ। ਸੁੰਦਰ ਕੁੰਡਲ ਮੁਕਟ ਬੈਣ, ਇਹ ਸਰੂਪ ਨੇ। ਤੁਹਾਡਾ ਮੁਕਟ ਬੜਾ ਸੁੰਦਰ ਹੈ, ਤੁਹਾਡੇ ਕੁੰਡਲ ਬੜੇ ਸੁੰਦਰ ਨੇ। ਸ਼ੰਖ ਚੱਕਰ ਗਦਾ ਹੈ ਧਾਰੀ, ਮਹਾ ਸਾਰਥੀ ਸਤ ਸੰਗਾ, ਤੁਸੀਂ ਸ਼ੰਖ ਰੱਖਦੇ ਹੋ, ਚੱਕਰ ਰੱਖਦੇ ਹੋ, ਗਦਾ ਰੱਖਦੇ ਹੋ, ਪਰ ਸੱਚ ਅਸਲ ਸਰੂਪ ਹੈ ਇਸ ਸਤ ਸੰਗਤ ਰੂਪੀ ਰਥ ਦੇ ਤੁਸੀਂ ਸਾਰਥੀ ਹੁੰਦੇ ਹੋ। ਆ ਸਤ ਸੰਗੀ ਰਥ ਜਿੱਤੇ ਬੈਠ ਕੇ ਆਪਾਂ ਸਫ਼ਰ ਕਰਨਾ, ਇਹਦਾ ਸਾਰਥੀ ਕੌਣ ਹੈ? ਇਹ ਸੱਚੇ ਪਾਤਸ਼ਾਹ, ਤੁਸੀਂ ਇਹਦੇ ਸਾਰਥੀ ਹੋ। ਤੁਸੀਂ ਇਸ ਜਹਾਜ਼ ਨੂੰ ਚਲਾ ਰਹੇ ਹੋ, ਤੁਸੀਂ ਇਹਦੇ ਸਾਰਥੀ, ਮਹਾਂ ਸਾਰਥੀ ਸਤ ਸੰਗਾ। ਫਿਰ ਕਿਉਂਕਿ ਪੀਤ ਪਿਤੰਬਰ ਤ੍ਰਿਪੁਣ ਧਣੀ, ਤੁਹਾਡੇ ਸਰੂਪ ਕਿਤੇ ਪੀਲਾ ਵੀ ਹੋ ਸਕਦਾ ਹੈ, ਕਿਤੇ ਪੀਲੇ ਕੱਪੜੇ ਪਾਏ ਬੈਠੇ ਹੋ। ਜੇ ਕਿਤੇ ਅਸੀਂ ਅਕਾਲ ਉਸਤਤ ਨੂੰ ਕਿਤੇ ਸੰਕੁਤੇ ਤੋਂ ਪੜ੍ਹਨ ਲੱਗ ਪਈਏ ਤਾਂ ਉਹਦੇ ਬੇਅੰਤ ਸਰੂਪ ਨੇ। ਤੁਸੀਂ ਪਿਤੰਬਰ ਹੋ, ਤ੍ਰਿਪੁਣ ਧਣੀ ਹੋ, ਜਗਨਨਾਥ ਗੋਪਾਲ ਹੋ, ਸਾਰੰਗ ਧਰ ਭਗਵਾਨ ਬੀਠਲਾ, ਮੈਂ ਗਿਣਤ ਨ ਆਵੇ ਸਰਬੰਗਾ। ਇਹ ਸੱਚੇ ਪਾਤਸ਼ਾਹ, ਮੈਂ ਗਿਣਤੀ ਨਹੀਂ ਕਰ ਸਕਦਾ। ਨਿਹਕੰਟਕ ਨੇ ਕੇਵਲ ਕਹੀਏ ਧਨੰਜੈ, ਤੁਸੀਂ ਨਿਹਕੰਟਕ ਹੋ, ਨਿਹ ਕੇਵਲ ਹੋ। ਧਨੰਜੈ, ਸਾਰੇ ਜਗਤ ਦੇ ਧਨ ਨੂੰ ਜਿੱਤ ਲੈਣ ਵਾਲੇ ਹੋ। ਧਨ ਤੁਹਾਡੀ ਮੁੱਠੀ ਵਿੱਚ ਹੈ। ਧਨੰਜੈ ਜਲ ਥਲ ਹੈ ਮਹੀਏ, ਮਿਰਤ ਲੋਕ ਪਿਆਲ ਸਮੀਪਤ, ਅਸਥਿਰ ਥਾਨ ਜਿਸ ਹੈ ਅਪਗਾ। ਸਾਰੇ ਸੰਸਾਰ ਦੇ ਵਿੱਚ ਤੁਹਾਡਾ ਥਾਨ ਆਪਗਾ ਹੈ, ਨਹੀਂ ਟੁੱਟਦਾ, ਸਦਾ ਇੱਕ, ਕਿਉਂਕਿ ਤੁਹਾਡਾ ਸਥਾਨ ਸਤ ਹੈ ਤੇ ਸਤ ਕਦੇ ਟੁੱਟਦਾ ਨਹੀਂ। ਬਾਕੀ ਬਣਦੇ ਮਿਟਦੇ ਤੇ ਟੁੱਟਦੇ ਰਹਿੰਦੇ ਨੇ। ਤੁਸੀਂ ਸਦਾ ਸਲਾਮਤ ਨਿਰੰਕਾਰ ਹੋ। ਅਸੀਂ ਕਹਿ ਨੇ ਤੂੰ ਸਦਾ ਸਲਾਮਤ ਨਿਰੰਕਾਰ ਹੋ। ਗੁਰੂ ਕਿਰਪਾ ਕਰਨ ਸਾਨੂੰ ਸਮਝ ਆ ਸਕੇ। ਸਾਰਾ ਬ੍ਰਹਮੰਡੀ ਰਚਨਾ ਚ ਅੱਜ ਪਸਾਰਾ ਮਿਲਦਾ। ਸਭ ਕੁਛ ਤੂੰ ਹੈ ਮੇਰੇ ਪਿਆਰੇ ਵਿਰਖੇ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਜੇ ਸਭ ਕੁਝ ਤੁਸੀਂ ਹੋ, ਅਸੀਂ ਮਾਇਆ ਤੋਂ ਬਚਣਾ ਹੈ। ਇਤਨੇ ਕੁ ਬਚਨ ਪ੍ਰਵਾਨ ਕਰਨਾ ਤੇ ਅਰਦਾਸ ਕਰਨਾ, ਗੁਰੂ ਕਿਰਪਾ ਕਰਨ ਅਸੀਂ ਮਾਇਆ ਤੋਂ ਬਚ ਸਕੀਏ ਤੇ ਸਾਥੇ ਸਾਹਿਬ ਦੇ ਪੱਲੇ ਟਿਕ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ। ਇਤਨੇ ਕੁ ਬਚਨ ਪ੍ਰਵਾਨ, ਭੁੱਲ ਚੁੱਕ ਦੀ ਖਿਮਾ, ਆਸੀਸ ਤੇ ਪਿਆਰ ਦਿੰਦਾ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕੀ ਫਤਿਹ।